देश विदेशों में प्रोग्राम सांझ विचारां दी वेख रहे सारे दर्शकों का स्वागत है। गुरु की प्यारी साध संगत जी, अक्सर वेख्या जाता है जिस समाज दे विच अपनी विरासत नूं चेते किया जाता है, अपनियां परंपरावां नूं चेते किया जाता है, आने वाले दिनों के विच उन्हां कौमां दे बशिंदे अपनी विरासत ते फख्र करते हैं। जी हाँ, अज एक इहो जिहा विशा तुहाडे रूबरू करन जा रहे हैं। अक्सर जदों इन्हां विषयां बारे गलबात की जाती है तो साडी हैरानगी की हद उदों खत्म हो जाती है। ये विरसा, ये विरासत अज साडे गुरु घरां विच अलोप हो रही है। परंतु मुबारकबाद वो धार्मिक स्थान जिन्हां ने गुरु पातशाह तो चली इस परंपरा नूं सुरजीत रखा है, उजागर कर रहे हैं। कहण तो भाव साडे मौजूदा सिख कवियां दी की भूमिका है, गुरु पातशाह वालों स्थापित किए गए कवि जन ते मौजूदा समय साडे कवियां दी की रूपरेखा है अते कित्थे कित्थे संगतां कवियां दी कवितावां सुन के गुरु पातशाह दे सिद्धांतां नूं याद करदियां ने। जी हाँ, अज इस पूरे सिख कवियां बारे गलबात करन लई बड़ियां प्यारियां शख्सियतां तुहाडे रूबरू करन जा रहे हैं। साडे अति सत्कारयोग सरदार महिंदर सिंह जग्गी, जिन्हां ने एक नहीं अनेकां किताबां लिख के संगतां दी झोली पाईयां ने, ते दूसरे साडे मेहमान ने इंजीनियर हरप्रीत सिंह जी। फतेह सांझ पाने आ। वाहिगुरू जी का खालसा, वाहिगुरू जी की फतेह। सब तो पहले मैं हरप्रीत सिंह तुहाडे वल आवांगा जी। अक्सर वेख्या जाता है जिहड़ियां परंपरावां नूं जीवित रखना चाहिए है, सुरजीत रखना चाहिए है, वो निरंतर किरिया दे विच होण तां ओह परंपरा जीवित रह सकती है। जेकर सिख कवियां की गल की जाए, अज सिख कवियां की की रूपरेखा बारे तुसीं की कहना चाहोगे? ਵੀਰ ਜੀ, ਇਹ ਗੱਲ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਕਵੀ ਹੁੰਦਾ ਕੀ ਹੈ, ਕਵੀ ਦੀ ਬਣਤਰ ਕਿੱਦਾਂ ਬਣਦੀ ਹੈ ਜੀ, ਤੇ ਕਵੀ ਜਿਹੜਾ ਹੈ ਜੋ ਗੱਲ ਕਰ ਰਿਹਾ ਉਹ ਗੱਲ ਸੁਰਜੀਤ ਰਹਿੰਦੀ ਕਿੱਦਾਂ ਹੈ। ਬਿਲਕੁਲ। ਕਿਉਂਕਿ ਵਾਰਤਕ ਦੇ ਵਿੱਚ ਜਦੋਂ ਅਸੀਂ ਕੋਈ ਗੱਲ ਕਰਦੇ ਆ, ਉਹ ਗੱਲ ਮੂਲ ਰੂਪ ਦੇ ਵਿੱਚ ਚੇਂਜ ਹੁੰਦੀ ਅੱਖਰ ਰੂਪ ਦੇ ਵਿੱਚ ਬਦਲਾਅ ਕਰਦੀ ਜਾਂ ਮੌਖਿਕ ਭਾਸ਼ਾ ਦੇ ਜ਼ਰੀਏ ਬਦਲਾਅ ਕਰਦੀ ਜਿਹੜੀ ਆ ਅੱਗੇ ਕਿਸੇ ਹੋਰ ਰੂਪ ਨੂੰ ਲੈ ਜਾਂਦੀ ਹੈ। ਕਵੀ ਦੀ ਗੱਲ ਬਹੁਤ ਹੀ ਘੱਟ ਅੱਖਰਾਂ ਦੇ ਵਿੱਚ ਕਹੀ ਜਾਂਦੀ ਹੈ, ਔਰ ਕਵੀ ਦੇ ਘੱਟ ਅੱਖਰਾਂ ਦਾ ਵਰਤਣਾ ਹੀ ਆਪਣੇ ਆਪ ਦੇ ਵਿੱਚ ਇੱਕ ਬੜੇ ਵੱਡੇ ਖੰਡਾਅ ਦਾ ਕਾਰਨ ਹੈ। ਕੀ ਬਾਤ ਹੈ, ਬਹੁਤ ਖੂਬ। यानी कि वड्डी भाषा नूं वड्डी एक वोकैबलरी नूं छोटी भाषा 'ਚ कह देना, छोटे अखरां विच कह देना। जी, ਇਹਨੂੰ ਤੁਸੀਂ ਇਉਂ ਵੀ ਸਮਝ ਸਕਦੇ ਹਾਂ ਅਸੀਂ, ਜਿਸ ਵੇਲੇ ਕਵੀ ਦੀ ਗੱਲ ਕੀਤੀ ਜਾਏਗੀ ਤੇ ਕਵੀ ਗੱਲ ਇੱਕ ਬੰਦੇ ਨਾਲ ਕਰੇਗਾ ਜਾਂ ਵਿਚਾਰ ਇੱਕ ਸਮੇਂ ਦੇ ਉੱਤੇ ਕਰੇਗਾ, ਲੇਕਿਨ ਜਿਸ ਵੇਲੇ ਉਹਦੀ ਵਿਆਖਿਆ ਹੋਏਗੀ, ਵਿਆਖਿਆ ਵੱਖਰੀ ਕਰਦੇ ਉਸ ਦੇ ਰੂਪ ਜਿਹੜੇ ਨੇ ਉਹ ਬਦਲ ਜਾਣਗੇ। ਬਿਲਕੁਲ। ਉਹ ਸਮੇਂ ਦੇ ਪ੍ਰਭਾਵ ਨੂੰ ਆਪਣੇ ਵਿੱਚ ਲੈ ਲੈਂਦਾ ਹੈ, ਟਾਈਮ ਤੇ ਸਪੇਸ ਦੇ ਪਲੇ ਤੋਂ ਬਾਹਰ ਲੈ ਜਾਂਦਾ ਇਨਸਾਨ ਨੂੰ। ਥੋੜਾ ਜਿਹਾ ਸਿੱਖ ਸਮਾਜ ਦੀ ਗੱਲ ਕੀਤੀ ਜਾਵੇ, ਕਿਹਾ ਜਾਂਦਾ ਹੈ ਕਿ ਕਲਗੀਧਰ ਪਾਤਸ਼ਾਹ ਤੋਂ ਕਵੀ ਜਿਨ੍ਹਾਂ ਦੀ ਰਮਤਾ ਹੋਈ। ਜੀ, ਗੁਰੂ ਪਾਤਸ਼ਾਹ ਖੁਦ ਕਵੀ ਸੀ। ਜੱਗੀ ਸਾਹਿਬ, ਤੁਸੀਂ ਤਾਂ ਇੱਕ ਨਹੀਂ ਅਨੇਕਾਂ ਕਿਤਾਬਾਂ ਲਿਖ ਕੇ ਸੰਗਤ ਦੀ ਝੋਲੀ ਪਾਈਆਂ ਨੇ, ਕਿਉਂਕਿ ਸਿੱਖ ਇਤਿਹਾਸ ਤੋਂ ਤੁਸੀਂ ਬੜੀ ਤਰ੍ਹਾਂ ਚੰਗੀ ਤਰ੍ਹਾਂ ਵਾਕਿਫ ਹੋ। ਕਿਵੇਂ ਐਕਸਪਲੇਨ ਕਰੋਗੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਤੇ ਮੌਜੂਦਾ ਸਾਡੀ ਇਤਿਹਾਸਕ ਦ੍ਰਿਸ਼ਟੀਕੋਣ ਦੇ ਵਿੱਚ ਕਵੀਆਂ ਨੂੰ ਕਿੱਥੇ ਵੇਖਦੇ ਹੋ? ਕਵੀਆਂ ਨੂੰ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਭਾਈ ਗੁਰਦਾਸ ਵਿੱਚ ਹੀ ਦੇਖਦੇ। ਭਾਈ ਗੁਰਦਾਸ ਦੀਆਂ ਵਾਰਾਂ, ਉਹਨਾਂ ਦੇ ਕਵਿੱਤ, ਉਹਨਾਂ ਦੀਆਂ ਸੇਧ ਦਿੰਦੀਆਂ ਰਚਨਾਵਾਂ, ਸਿੱਖ ਸਮਾਜ ਦੇ ਪਹਿਲੇ ਵਿਆਖਿਆਕਾਰ ਭਾਈ ਪ੍ਰਣਾਲੀ ਉਸਨੂੰ ਕਹਿੰਦੇ ਆ ਕਿ ਉਹ ਗੁਰਬਾਣੀ ਦੀ ਕੁੰਜੀ ਉਹਨਾਂ ਦੀ ਰਚਨਾ ਨੂੰ ਕਿਹਾ ਜਾਂਦਾ। ਗੁਰੂ ਸਾਹਿਬ ਨੇ ਹੀ ਆਖਿਆ ਕਿ ਉਹ ਜਿਹੜੀ ਬਾਣੀ ਹੈ, ਇਸ ਵਿੱਚ ਕਈ ਭਾਸ਼ਾਵਾਂ ਨੇ, ਉਹਨਾਂ ਭਾਸ਼ਾਵਾਂ ਨੂੰ ਖੋਲ੍ਹਣ ਦੀ ਲੋੜ ਹੈ ਤੇ ਉਹ ਉਹਨਾਂ ਦੀ ਬਾਣੀ ਜਿਹੜੀ ਹੈ ਭਾਈ ਗੁਰਦਾਸ ਜੀ ਦੀ ਖੁੱਲ੍ਹਦੀ ਹੈ। ਉਹ ਇਤਿਹਾਸ ਵੀ ਦੱਸਦੀ ਹੈ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਕੀ ਬਾਤ ਹੈ, ਬਹੁਤ ਖੂਬ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਸੇਧ ਦੇਣ ਵਾਲੀਆਂ ਰਚਨਾਵਾਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ, ਬਾਦਸ਼ਾਹ ਦਰਵੇਸ਼, ਉਹ ਖੁਦ ਬਹੁਤ ਮਹਾਨ ਕਵੀ, ਸ਼੍ਰੋਮਣੀ ਕਵੀ ਹੋਏ ਨੇ। ਖਿਆਲ ਪਾਤਸ਼ਾਹੀ 10ਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਦੁਨੀਆ ਭਰ ਦੇ ਸਾਰੇ ਧਰਮਾਂ ਦੇ ਲੋਕ, ਜਿਹੜਾ ਵੀ ਇਸ ਨੂੰ ਸੁਣਦਾ ਪ੍ਰਭਾਵਿਤ ਹੁੰਦਾ ਹੈ। ਜੀ ਬਿਲਕੁਲ। ਇਸ ਤੋਂ ਇਲਾਵਾ ਜਿਹੜੇ ਆਪਣਾ ਭਾਈ ਸੰਤੋਖ ਸਿੰਘ ਨੇ ਇਤਨਾ ਵੱਡਾ ਕੰਮ ਕੀਤਾ ਹੈ, ਗੁਰੂ ਨਾਨਕ ਪ੍ਰਕਾਸ਼ ਤੇ ਉਹ ਜਿਹਨੂੰ ਸੂਰਜ ਪ੍ਰਕਾਸ਼ ਦੀ ਕਥਾ ਕਹਿੰਦੇ ਆ ਕਿ ਇਹ ਪਰੰਪਰਾ ਚੱਲੀ ਆਉਂਦੀ ਹੈ ਕਿ ਗੁਰੂ ਘਰਾਂ ਦੇ ਵਿੱਚ ਸ਼ਾਮ ਦੇ ਵੇਲੇ 4 ਵਜੇ 5 ਵਜੇ 6 ਮੌਸਮ ਦੇ ਮੁਤਾਬਕ ਉਹ ਕਥਾ ਜਿਹੜੀ ਹੈ ਲੜੀਵਾਰ ਚੱਲਦੀ ਹੈ ਤੇ ਉਸ ਦੇ ਵਿੱਚ ਉਹ ਮਹਾਕਾਵ ਹੈ। ਉਹ ਸ਼੍ਰੋਮਣੀ ਕਵੀ ਨੇ ਚੂੜਾਮਣੀ ਭਾਈ ਸੰਤੋਖ ਸਿੰਘ ਜੀ, ਕਿ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਗੇ ਪੰਥ ਦੀ ਵੀ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਜੋ ਅੱਗੇ ਪੰਥ ਚੱਲਿਆ, ਉੱਥੋਂ ਤੱਕ ਦੀ ਉਹ ਜੋ ਹੈ ਕਥਾ ਲਿਖੀ है तो बिल्कुल बिल्कुल ਤੁਹਾਡੀ ਗੱਲ ਸਹੀ ਹੈ। सचमुच गुरु की प्यारी साध संगत जी,
ਸਾਡੇ ਅਤੀ ਸਤਿਕਾਰਯੋਗ ਮਹਿੰਦਰ ਸਿੰਘ ਜੱਗੀ ਉਹਨਾਂ ਨੇ ਬੜੇ ਸੋਹਣੇ ਢੰਗ ਦੇ ਵਿੱਚ ਦੱਸ ਦਿੱਤਾ ਕਿ ਜਿਹੜੀ ਪਰੰਪਰਾ ਸੀ ਭਾਈ ਗੁਰਦਾਸ ਤੋਂ ਸ਼ੁਰੂ ਹੋ ਚੁੱਕੀ ਸੀ, ਕਲਗੀਧਰ ਪਾਤਸ਼ਾਹ ਦਾ ਵੀ ਜ਼ਿਕਰ ਕੀਤਾ ਤੇ ਜਿਸ ਗ੍ਰੰਥ ਦੀ ਗੱਲ ਕੀਤੀ, ਰੋਜ਼ਾਨਾ ਗੁਰੂ ਘਰਾਂ ਵਿੱਚ ਸ਼ਾਮ ਵੇਲੇ ਲੜੀਵਾਰ ਇਤਿਹਾਸ ਕਥਾ ਕੀਤੀ ਜਾਂਦੀ ਹੈ ਤੇ ਜਿਸ ਗ੍ਰੰਥ ਦਾ ਜ਼ਿਕਰ ਕਰ ਰਹੇ ਸਨ ਗੁਰਪ੍ਰਤਾਪ ਸੂਰਜ ਗ੍ਰੰਥ, ਸੰਤੋਖ ਸਿੰਘ ਚੂੜਾਮਣੀ ਵੱਲੋਂ ਲਿਖਿਆ ਹੋਇਆ ਪਾਵਨ ਪਵਿੱਤਰ ਗ੍ਰੰਥ, ਜਿਹੜਾ ਕਿ ਸਾਰਾ ਗ੍ਰੰਥ ਕਾਵਿ ਰੂਪ ਦੇ ਵਿੱਚ ਹੈ। ਤੁਸੀਂ ਕਲਗੀਧਰ ਪਾਤਸ਼ਾਹ ਦੀ ਗੱਲ ਕੀਤੀ, ਮੈਨੂੰ ਉਹ ਸਥਾਨ ਚੇਤੇ ਆ ਗਿਆ, ਪੌਂਟਾ ਸਾਹਿਬ, ਜੀ ਜਿਸ ਥਾਂ ਤੇ ਬੈਠ ਕੇ ਗੁਰੂ ਪਾਤਸ਼ਾਹ ਕਵੀ ਦਰਬਾਰ ਲਗਾਇਆ ਕਰਦੇ ਸਨ ਜੀ ਤੇ ਇਹ ਵੀ ਇਤਿਹਾਸ ਦੇ ਵਰਕੇ ਕਹਿੰਦੇ ਨੇ ਕਿ 52 ਕਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਬਿਲਕੁਲ ਪਰਮਾਤਮਾ ਦੀ ਸਿਫਤ ਸਲਾਹ ਗੁਰੂ ਦੇ ਗੀਤ ਗਾਉਂਦੇ ਸਨ, ਜੀ ਗਰੁੱਪਾਂ ਦੇ ਵਿੱਚ ਗੀਤ ਗਾਉਂਦੇ ਸਨ। ਜੀ। ਮੈਂ ਚਾਹਾਂਗਾ ਹਰਪ੍ਰੀਤ ਸਿੰਘ ਤੁਸੀਂ ਥੋੜਾ ਜਿਹਾ ਪੌਂਟਾ ਸਾਹਿਬ ਦਾ ਜ਼ਿਕਰ ਵੀ ਆਪਾਂ ਕਰ ਜਾਈਏ, ਇਤਿਹਾਸ ਦੱਸ ਜਾਈਏ, ਤੇ ਕਿਉਂਕਿ ਉਸ ਸਮੇਂ ਤੇ ਚੱਲੀ ਪਰੰਪਰਾ ਅੱਜ ਵੀ ਮੈਨੂੰ ਲੱਗਦਾ ਉਸ ਥਾਂ ਤੇ ਸੁਰਜੀਤ ਹੈ। ਮੈਂ ਇਹ ਗੱਲ ਆਪ ਵੀ ਚਾਹਾਂਗਾ ਕਿ ਪੌਂਟਾ ਸਾਹਿਬ ਦਾ ਜ਼ਿਕਰ ਅਸੀਂ ਕਰੀਏ, ਕਿਉਂਕਿ ਪੌਂਟਾ ਸਾਹਿਬ ਦੇ ਜ਼ਿਕਰ ਤੋਂ ਬਿਨਾਂ ਕਵੀਆਂ ਦੀ ਗੱਲ ਖੁੱਲ੍ਹ ਨਹੀਂ ਸਕਦੀ ਸਿੱਖ ਇਤਿਹਾਸ ਦੇ ਵਿੱਚ। ਦੂਸਰੀ ਗੱਲ ਇਹ ਹੈ, ਉਸ ਤੋਂ ਪਹਿਲਾਂ ਜਿਹੜੀ ਭਾਈ ਗੁਰਦਾਸ ਜੀ ਦੀ ਗੱਲ ਭਾਈ ਸਾਹਿਬ ਜੀ ਨੇ ਕੀਤੀ ਹੈ, ਜੱਗੀ ਜੀ ਨੇ, ਇਹ ਦੇਖਿਓ ਭਾਈ ਗੁਰਦਾਸ ਜੀ ਜਿਸ ਵੇਲੇ ਕਵਿਤਾ ਦੀ ਗੱਲ ਕਰਦੇ ਨੇ, ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਨੂੰ ਲਿਖਤਾਂ ਤੇ ਪਾਇਆ ਸੀ ਜੀ, ਉਹਨਾਂ ਦੇ ਭਤੀਜੇ ਸਨ। ਤਾਂ ਭਾਈ ਗੁਰਦਾਸ ਜੀ ਜਿਸ ਵੇਲੇ ਲਿਖਤਾਂ ਦੀ ਗੱਲ ਕਰਦੇ ਨੇ, ਸਿੱਖ ਦੇ ਬੌਧਿਕ ਲੈਵਲ ਨੂੰ ਗੁਰੂ ਸਾਹਿਬ ਕਿਸ ਲੈਵਲ ਤੇ ਲੈ ਕੇ ਜਾਂਦੇ ਨੇ। ਜਦੋਂ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੀ ਸਾਖੀਆਂ ਦਾ ਵਿਚਰਣ ਕਰਦਿਆਂ ਹੋਇਆਂ, ਉਹਨਾਂ ਦਾ ਚਿੱਤਰਣ ਕਰਦਿਆਂ ਲਿਖਦੇ ਨੇ, ਉਹਦੇ ਵਿੱਚ ਤੁਹਾਨੂੰ ਇਹ ਮਿਲੇਗਾ ਕਿ ਕਿਸ ਤਰ੍ਹਾਂ ਸੁਮੇਰ ਪਰਬਤ ਤੇ ਜਾ ਕੇ ਭਾਈ ਗੁਰੂ ਸਾਹਿਬ ਨੇ ਜਿਹੜੀ ਹੈ ਵਾਰਤਾ ਕੀਤੀ, ਸਿੱਧਾਂ ਦੇ ਨਾਲ ਕਿੱਦਾਂ ਵਾਰਤਾ ਹੋਈ, ਬਾਬਾ ਬਕਾਲੇ ਦੇ ਵਿੱਚ ਕਿੱਦਾਂ ਜਾਂਦਾ ਹੈ, ਲੇਕਿਨ ਬਾਬਾ ਬਗਦਾਦ ਦੇ ਵਿੱਚ ਕਿੱਦਾਂ ਜਾਂਦਾ ਹੈ ਮਿਲੇਗਾ। ਲੇਕਿਨ ਤੁਹਾਨੂੰ ਇਹ ਨਹੀਂ ਮਿਲੇਗਾ ਕਿ ਪੰਜਾ ਸਾਹਿਬ ਜੈਸਾ ਸਾਕਾ, ਪੰਜਾ ਸਾਹਿਬ ਵਾਲੀ ਥਾਂ ਦੇ ਉੱਤੇ ਗੁਰੂ ਸਾਹਿਬ ਗਏ, ਕਿਉਂਕਿ ਸਿੱਖ ਦਾ ਇਹ ਗੁਰੂ ਨਾਨਕ ਸਾਹਿਬ ਦੇ ਇੰਨੇ ਕਾਰਜ ਹੋਣੇ, ਇਸ ਤਰ੍ਹਾਂ ਦੇ ਕਾਰਜ ਹੋਣੇ, ਇਹ ਤੁਰਦੇ ਫਿਰਦੇ ਹੋ ਜਾਣ ਵਾਲੇ ਕਾਰਜ ਨੇ। ਸਿੱਖ ਦੇ ਬੌਧਿਕ ਲੈਵਲ ਦੇ ਉੱਤੇ ਜਿਹੜੀਆਂ ਗੱਲਾਂ ਨੇ ਇਹ ਅਸਰ ਪਾਉਂਦੀਆਂ। ਸਿੱਖ ਦੇ ਬੌਧਿਕ ਲੈਵਲ ਨੂੰ ਵਧਾਉਣਾ ਗੁਰੂ ਸਾਹਿਬ ਦੇ ਘਰ ਤੋਂ ਜਿਹੜਾ ਹੈ ਤੁਰਦਾ ਆਇਆ, ਬਿਲਕੁਲ ਠੀਕ ਹੈ ਜੀ। ਹੁਣ ਆਪਾਂ ਪੌਂਟਾ ਸਾਹਿਬ ਦੀ ਗੱਲ ਕਰਦੇ ਹਾਂ। ਪੌਂਟਾ ਸਾਹਿਬ ਦਾ ਇਤਿਹਾਸ ਜਦੋਂ ਅਸੀਂ 52 ਅੱਖਰ ਵਰਤਦੇ ਹਾਂ ਜੀ, ਇਸ ਗੱਲ ਨੂੰ ਸਾਨੂੰ ਬੜੇ ਧਿਆਨ ਨਾਲ ਪਹਿਲੇ ਸਮਝਣਾ ਪਏਗਾ। ਕਵੀਆਂ ਦੀ ਗੱਲ ਤੇ ਅਸੀਂ ਬਾਅਦ ਵਿੱਚ ਆ ਸਕਦੇ ਹਾਂ, ਕਿਉਂਕਿ ਜਿਹੜਾ 52 ਅੱਖਰ ਹੈ ਇਹ ਆਪਣੇ ਆਪ ਦੇ ਵਿੱਚ ਸ਼ਬਦ ਦਾ ਪ੍ਰਗਟਾਵਾ ਹੈ। ਕੀ ਬਾਤ ਹੈ, ਬਹੁਤ ਖੂਬ, ਠੀਕ ਹੈ ਜੀ। 52 ਅੱਖਰੀ ਗੁਰੂ ਸਾਹਿਬ ਨੇ ਕਹੀ, ਬਿਲਕੁਲ 52 ਅੱਖਰ ਜਿਹੜੇ ਨੇ ਕਬੀਰ ਕੇ 52 ਏਕ ਹੋਏ, ਕਬੀਰ ਜੀ 52 ਅੱਖਰੀ ਜਿਹੜੀ ਆ ਉਚਾਰਨ ਕਰਦੇ ਆ। ਗੁਰੂ ਅਮਰਦਾਸ ਅਰਜਨ ਦੇਵ ਸਾਹਿਬ ਜੀ 52 ਅੱਖਰੀ ਉਚਾਰਨ ਕਰਦੇ ਆ। ਤਾਂ 52 ਅੱਖਰ ਜਿਹੜੇ ਨੇ ਆਪਣੇ ਆਪ ਦੇ ਵਿੱਚ ਸ਼ਬਦ ਨੂੰ ਖੋਲ੍ਹਦੇ ਨੇ ਜੀ, ਠੀਕ ਹੈ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵੇਲੇ ਕਿਲੇ ਦੇ ਵਿੱਚ ਨੇ, ਗਵਾਲੀਅਰ ਦੇ ਵਿੱਚ 52, ਉੱਥੇ 52 ਨੇ। ਜੇ ਤੁਸੀਂ ਸਨਾਤਨ ਦੀਆਂ ਪੁਰਾਣੀਆਂ ਜਿਹੜੇ ਮਾਈਥੋਲੋਜੀਕਲ ਐਵੀਡੈਂਸਿਸ ਨੇ ਜਾਂ ਤੁਸੀਂ ਸਕ੍ਰਿਪਚਰਸ ਨੂੰ ਉਹਨਾਂ ਦੇ ਪੜ੍ਹ ਕੇ ਦੇਖੋ, ਕਾਲੀ ਦੇ ਗਲੇ ਦੇ ਵਿੱਚ ਜਿਹੜੀ ਮੁੰਡ ਮਾਲ ਆ ਉਹ 52 ਬਿਲਕੁਲ। ਕਾਲੀ ਜਿਹੜੀ ਹੈ, ਕਾਲੀ ਮਾਤਾ, ਉਹ ਸ਼ਬਦ ਦੇ ਪ੍ਰਤੀਤ ਨੂੰ ਲੈ ਕੇ ਹਰੇਕ ਦੇ ਵਿੱਚ ਅੱਖਰ ਲਿਖਿਆ ਹੋਇਆ। ਜੇ ਤੁਸੀਂ ਮੁੰਡ ਮਾਲ ਨੂੰ ਧਿਆਨ ਨਾਲ ਪੜ੍ਹੋਗੇ, ਹਰੇਕ ਦੇ ਵਿੱਚ ਅੱਖਰ ਲਿਖਿਆ ਜੀ। ਜੇ ਤੁਸੀਂ ਸਕੰਦ ਪੁਰਾਣ ਨੂੰ ਪੜ੍ਹਦੇ ਆ, ਸਕੰਦ ਪੁਰਾਣ ਦੇ ਵਿੱਚ ਸ਼ਿਵ ਦੇ ਕੇਦਾਰ ਧਾਮ ਦੇ ਉੱਤੇ ਜੋ ਲਿਖਿਆ, ਉਹਦੇ ਗਣ ਜਿਹੜੇ ਨੇ ਉਹ 52 ਵੀਰ ਕਿਹਾ ਜਾਂਦਾ ਉਹਨਾਂ ਨੂੰ। ਯਾਨੀ ਕਿ ਜੇਕਰ ਪ੍ਰੋਪਰ ਇੱਥੇ ਸਮਾਜ ਦੇ ਵਿੱਚ ਅਦਰ ਰਿਲੀਜਨ ਦੀ ਗੱਲ ਕੀਤੀ ਜਾਵੇ, ਇਤਿਹਾਸਕ ਸਰੋਤਾਂ ਨਾਲ ਗੱਲ ਕੀਤੀ ਜਾਵੇ, ਕਿਤੇ ਨਾ ਕਿਤੇ 52 ਦਾ ਚੱਕਰ ਉੱਥੇ ਵੀ ਫਿਰ ਰਿਹਾ। 52 ਦਾ ਚੱਕਰ ਉੱਥੇ ਵੀ ਆਉਂਦਾ ਜੀ। ਬਹੁਤ ਸਾਰੇ ਇਵਨ ਤੁਸੀਂ ਜਦੋਂ ਸਾਡੇ 7 ਚੱਕਰ ਸਰੀਰ ਦੇ ਕਹੇ ਜਾਂਦੇ ਨੇ ਜੀ, 7 ਚੱਕਰਾਂ ਦੇ ਵਿੱਚ ਜਿਹੜੇ ਕਮਲ ਦੇ ਪੱਤ ਬਣਾਏ ਜਾਂਦੇ ਨੇ, ਜੇ ਤੁਸੀਂ ਉਹਨਾਂ ਦੀ ਗਿਣਤੀ ਕਰੋਗੇ ਗੰਭੀਰਤਾ ਦੇ ਵਿੱਚ ਜਾ ਕੇ, ਉਹ ਵੀ ਤੁਹਾਨੂੰ 52 ਮਿਲੇਗੀ, ਕਿਉਂਕਿ ਉਹਦੇ ਨਾਲ ਸ਼ਬਦ ਖੁੱਲ੍ਹਣਾ। ਧੁਨੀ ਦਾ ਜਿਸ ਵੇਲੇ ਪ੍ਰਕਾਸ਼ ਹੋਣਾ ਹੈ ਤੇ ਧੁਨੀ ਨੇ ਉੱਪਰ ਜਾ ਕੇ ਵਾਪਸ ਆ ਕੇ ਟਕਰਾਉਣਾ, ਜਦੋਂ ਗੰਗਾ ਜਮਨਾ ਇੱਕ ਹੋ ਜਾਣੀ ਹੈ, ਕਬੀਰ ਦੇ ਕਹਿਣੇ ਵੀ ਉਲਟੀ ਗੰਗਾ ਜਮਨ ਮਿਲਾਉਣ ਦੀ ਗੱਲ ਬਣਨੀ ਹੈ, ਉਸ ਵੇਲੇ ਜਦੋਂ ਆਪਾਂ ਗੱਲ ਕਰਾਂਗੇ ਤੇ ਸ਼ਬਦ ਦਾ ਪ੍ਰਗਾਸ 52 ਦੇ ਵਿੱਚ ਜਾ ਕੇ ਖੁੱਲ੍ਹਦਾ। ਬਿਲਕੁਲ ਸਹੀ ਗੱਲ ਹੈ। ਤੇ ਇਹ ਜਿਹੜੀ ਗੰਭੀਰਤਾ ਦੇ ਵਿੱਚ ਜੇ ਤੁਸੀਂ ਤੰਤਰ ਸਿੱਧੀ ਦੀ ਗੱਲ ਕਰੋਗੇ, ਉੱਥੇ ਵੀ 52 ਤੁਹਾਨੂੰ ਮਿਲਣਾ। ਥੋੜਾ ਆਪਾਂ ਪੌਂਟਾ ਸਾਹਿਬ ਵੱਲ ਵੀ ਆਈਏ। ਉਸ ਸਮੇਂ ਦਾ ਦ੍ਰਿਸ਼ ਮੈਂ ਚਾਹਾਂਗਾ, ਧਰਤੀ ਜਿਸ ਵੇਲੇ ਗੁਰੂ ਸਾਹਿਬ ਪਹੁੰਚਦੇ ਆ। ਹੁਣ ਤੁਸੀਂ ਇੱਥੇ ਇੱਕ ਗੱਲ ਹੋਰ ਦੇਖਿਓ, ਅਸੀਂ ਆਮ ਤੌਰ ਤੇ, ਜੱਗੀ ਸਾਹਿਬ ਤੁਸੀਂ ਸਹਿਮਤ ਹੋਵੋਗੇ ਮੇਰੀ ਗੱਲ ਨਾਲ, ਜਦੋਂ ਅਸੀਂ ਕਵਿਤਾ ਦੀ ਗੱਲ ਕਰਦੇ ਆ ਤੇ ਜ਼ਿਆਦਾਤਰ ਕਵੀ ਇਹ ਕਹਿੰਦੇ ਆ ਵੀ ਅਸੀਂ ਕੁਦਰਤ ਦੇ ਨਜ਼ਾਰਿਆਂ ਦੇ ਵਿੱਚ ਜਾ ਕੇ ਕਵਿਤਾ ਸਾਨੂੰ ਜ਼ਿਆਦਾ ਉਤਰਦੀ ਆ, ਬੋੜਦੀ ਆ ਜੀ, ਹੈ ਨਾ। ਪੌਂਟਾ ਸਾਹਿਬ ਦਾ ਦ੍ਰਿਸ਼ ਬਹੁਤ ਸੋਹਣਾ ਹੈ, ਪੌਂਟਾ ਸਾਹਿਬ ਦੀ ਜਗ੍ਹਾ ਬਹੁਤ ਸੋਹਣੀ ਹੈ, ਪਰ ਪੌਂਟਾ ਸਾਹਿਬ ਦੇ ਨਾਲ ਇੱਕ ਸਾਖੀ ਹੋਰ ਜੁੜੀ ਹੈ ਕਿ ਜਿਸ ਵੇਲੇ ਕਵੀ ਕਵਿਤਾ ਕਰਦੇ ਸੀ, ਯਮੁਨਾ ਉੱਥੇ ਸ਼ੋਰ ਕਰਦੀ ਸੀ। ਬਿਲਕੁਲ, ਯਮੁਨਾ ਦਾ ਸ਼ੋਰ ਕਰਨਾ, ਪਾਣੀ ਦੀ ਕਲਕਲ ਕਵੀ ਨੂੰ ਸ਼ਾਂਤੀ ਦਿੰਦੀ ਹੈ। ਪਰ ਐਸਾ ਕੀ ਹੋਇਆ ਕਿ ਗੁਰੂ ਦੇ ਕੋਲ ਬੈਠੇ ਹੋਏ ਜਿਹੜੀ ਪਾਣੀ ਉਹ ਸ਼ਾਂਤ ਕਰਨਾ ਪੈਂਦਾ ਉਸ ਨੂੰ। ਉਸ ਦੇ ਵਿੱਚੋਂ ਕਿਹੜੀਆਂ ਤਰੰਗਾਂ ਨਿਕਲਦੀਆਂ ਨੇ ਉਸ ਥਾਂ ਦੇ ਉੱਤੇ, ਕਿਉਂਕਿ ਯਮੁਨਾ ਜਿਹੜੀ ਹੈ ਪੁਰਾਤਨ ਚਲਦੀ ਹੋਈ ਇੱਕ ਸਿੰਬਲ ਦਿੰਦੀ ਹੈ ਸਾਨੂੰ ਕ੍ਰਿਸ਼ਨ ਦੇ ਨਾਲ ਜੁੜਦਿਆਂ ਹੋਇਆਂ, ਕ੍ਰਿਸ਼ਨ ਜੀ ਦੇ ਨਾਲ ਜੁੜਦਿਆਂ ਜਿਹੜੀ ਉਹਦੇ ਵਿੱਚ ਰਾਸ ਦੀਆਂ ਤਰੰਗਾਂ ਨੇ, ਉਹ ਅੰਦਰ ਦੇ ਧਾਰਮਿਕ ਜੀਵਨ ਦੀਆਂ ਤਰੰਗਾਂ ਦੇ ਨਾਲ ਜਦੋਂ ਟਕਰਾਉਂਦੀਆਂ ਆ ਕੇ, ਉਸ ਵੇਲੇ ਕਵੀ ਅਰਦਾਸ ਕਰਦੇ ਆ ਕਿ ਸਾਨੂੰ ਕਿਤੇ ਯਮੁਨਾ ਨੂੰ ਸ਼ਾਂਤ ਕਰਕੇ ਦਿਓ। ਤੇ ਪੌਂਟਾ ਦਾ ਇਤਿਹਾਸ ਆਪਣੇ ਆਪ ਦੇ ਵਿੱਚ ਬੜਾ ਵੱਡਾ ਇਤਿਹਾਸ ਬਣ ਗਿਆ। ਬਿਲਕੁਲ ਤੁਹਾਡੀ ਗੱਲ ਸਹੀ ਹੈ।
ਜਿਹੜੀ ਪਰੰਪਰਾ, ਜੀ ਜਿਹੜੀ ਰੀਤ ਕਲਗੀਧਰ ਪਾਤਸ਼ਾਹ ਨੇ ਪਾਉਂਟਾ ਸਾਹਿਬ ਦੀ ਧਰਤੀ ਤੋਂ ਆਰੰਭ ਕੀਤੀ ਸੀ ਕਵੀਆਂ ਦੀ, ਜੀ ਅੱਜ ਵੀ ਉਵੇਂ ਬਰਕਰਾਰ ਹੈ। ਅੱਜ ਵੀ ਉਵੇਂ ਬਰਕਰਾਰ ਹੈ। ਟਾਵੇਂ ਟਾਵੇਂ ਮੈਂ ਅੱਖਰ ਕਿਉਂ ਵਰਤਿਆ? ਗੁਰੂ ਸਾਹਿਬ ਨੇ ਜਿਸ ਵੇਲੇ 52 ਕਵੀ ਆਪਣੇ ਕੋਲ ਬੁਲਾਏ ਸਨ, ਇਕੱਤਰ ਕੀਤੇ ਸਨ, ਉਹਨਾਂ ਨੂੰ ਡਿਊਟੀਆਂ ਦਿੱਤੀਆਂ ਸੀ, ਕਿਉਂਕਿ ਸਮਾਜਿਕ ਤੌਰ ਤੇ ਬਹੁਤ ਸਾਰੇ ਧਰਮ ਗ੍ਰੰਥ ਐਸੇ ਸਨ ਜਿਹੜੇ ਪੜ੍ਹੇ ਨਹੀਂ ਜਾ ਸਕਦੇ ਸਨ। ਇੱਕ ਰੀਤ ਐਸੀ ਸੀ ਕਿ ਤੁਸੀਂ ਪਰਟੀਕੂਲਰ ਕੁਲ ਦੇ ਵਿੱਚ ਪੈਦਾ ਨਹੀਂ ਹੋਏ ਤੇ ਤੁਸੀਂ ਧਰਮ ਗ੍ਰੰਥ ਨਹੀਂ ਪੜ੍ਹੋਗੇ, ਨਹੀਂ ਪੜ੍ਹ ਸਕਦੇ। ਬਿਲਕੁਲ। ਤੇ ਸਮਾਜਿਕ ਤੌਰ ਤੇ ਸਤਿਗੁਰ ਨੇ ਹੁਣ ਇੱਕ ਪਾਸੇ ਤਾਂ ਜੰਗਾ ਜੁਦਾ ਦਾ ਮਾਹੌਲ ਹੈ, ਗੁਰੂ ਐਸੀ ਖੇਡ ਰਚਦੇ ਆ, ਉਹਦੇ ਵਿੱਚ ਸਾਹਿਤ ਦੇ ਨਾਲ ਜੋੜ ਰਹੇ ਆ। ਸੋ ਗੁਰੂ ਸਾਹਿਬ ਤਾਂ ਇੱਥੋਂ ਤੱਕ ਵੀ ਮੈਂ ਪੜ੍ਹਿਆ, ਭਾਈ ਸੰਤੋਖ ਸਿੰਘ ਜੀ ਚੂੜਾਮਣੀ ਲਿਖਦੇ ਨੇ ਇੱਕ ਥਾਂ ਦੇ ਉੱਤੇ, ਕਹਿੰਦੇ ਗੁਰੂ ਸਾਹਿਬ ਮਹਾਭਾਰਤ ਦੇ ਸ਼ਲੋਕਾਂ ਨੂੰ ਸੰਗਤ ਦੇ ਵਿੱਚ ਵਰਤਾ ਦਿਆ ਕਰਦੇ ਸਨ, ਇਹਨਾਂ ਦੇ ਪੂਰਬ ਨੂੰ ਪੜ੍ਹਨ ਵਾਸਤੇ। ਸਾਰੀ ਸੰਗਤ ਨੂੰ ਕਹਿੰਦੇ ਸੀ ਇਹਦੇ ਅਰਥ ਕਰੋ, ਫਿਰ ਜੋ ਵਧੀਆ ਅਰਥ ਕਰਦਾ ਸੀ ਉਸ ਨੂੰ ਅਵਾਰਡ ਦਿਆ ਕਰਦੇ ਸਨ, ਉਸ ਨੂੰ ਇਨਾਮ ਦਿਆ ਕਰਦੇ ਸਨ ਸਤਿਗੁਰੂ ਸੱਚੇ ਪਾਤਸ਼ਾਹ। ਤੋ ਗੁਰੂ ਸਾਹਿਬ ਨੇ ਜਿਹੜੇ ਨੇ ਉੱਥੇ ਸਾਰੇ ਅਵਤਾਰਾਂ ਦੇ ਸਾਰੇ ਜੀਵਨ ਜਿਹੜੇ ਹੈ ਉਹ ਭਾਸ਼ਾ ਬਣਾ ਕੇ ਉੱਥੇ ਲਿਖਵਾਏ। ਉਸ ਤੋਂ ਇਲਾਵਾ ਸਿੱਖਾਂ ਦੇ ਬੌਧਿਕ ਜੀਵਨ ਵਧਾਏ। ਈਵਨ ਅਸੀਂ ਕਵੀਆਂ ਦੇ ਦਰਬਾਰ ਤੱਕ ਦੀ ਅਗਰ ਗੱਲ ਕਰੀਏ ਤੇ ਕਵੀ ਚੰਦਨ ਨੇ ਇੱਕ ਵੇਰਾ ਕਵਿਤਾ ਲੁਕੋ ਲਈ, ਉਹਨਾਂ ਇੱਕ ਕਵਿਤਾ ਉਤਰੀ ਤੇ ਕਵਿਤਾ ਲੁਕੋ ਲਈ, ਉਸ ਤੇ ਇਨਾਮ ਦਿੱਤਾ ਜਾਣਾ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਘੋੜਿਆਂ ਨੂੰ ਘਾਹ ਖਵਾਉਣ ਵਾਲੇ ਭਾਈ ਧੰਨੇ ਨੂੰ ਬੁਲਾਇਆ, ਉਹਨਾਂ ਤੋਂ ਕਵਿਤਾ ਪੜ੍ਹਵਾਈ। ਉਹਨਾਂ ਤੋਂ ਕਵਿਤਾ ਪੜ੍ਹਵਾ ਕੇ ਭਾਈ ਚੰਦਨ ਦਾ, ਕਵੀ ਰਾਜ ਚੰਦਨ ਦਾ ਜਿਹੜਾ ਹੈ, ਉਹਨਾਂ ਨੇ ਹੰਕਾਰ ਤੋੜਿਆ, ਅਤੇ ਹੰਕਾਰ ਤੋੜਨ ਤੋਂ ਬਾਅਦ ਕਵੀ ਚੰਦਨ ਨੂੰ ਜਿਹੜਾ ਇਹ ਸਮਝਾਇਆ ਵੀ ਕਵਿਤਾ ਅੰਦਰ ਦੇ ਧਿਆਨ ਦੇ ਨਾਲ ਪੈਦਾ ਹੁੰਦੀ ਹੈ। ਜੀ ਬਿਲਕੁਲ। ਸ਼ਬਦ ਦੀ ਜੋਤ ਨੂੰ, ਸ਼ਬਦ ਨੂੰ ਮੰਨਣ ਦੇ ਨਾਲ ਪੈਦਾ ਹੁੰਦੀ ਹੈ। ਸ਼ਬਦ ਦੀ ਪ੍ਰਧਾਨਤਾ ਨੂੰ ਮੁੱਖ ਰੱਖ ਕੇ, ਸ਼ਬਦ ਦੀ ਪ੍ਰਧਾਨਤਾ ਨੂੰ ਮੁੱਖ ਰੱਖ ਕੇ ਪੈਦਾ ਹੁੰਦੀ ਹੈ। ਬਿਲਕੁਲ। ਇਸੇ ਕਰਕੇ ਗੁਰੂ ਸਾਹਿਬ ਆਪਣੇ ਆਪ ਨੂੰ ਕਵੀ ਕਹਿੰਦੇ ਆ। ਹੁਣ ਜਿਹੜੀ ਗੱਲ ਤੁਸੀਂ ਅੱਜ ਕਹਿੰਦੇ ਹੋ, ਅੱਜ ਦੇ ਸੰਦਰਭ ਦੇ ਵਿੱਚ ਇਹ ਜਿਹੜੀ ਪਿਓਰਿਟੀ ਹੈ, ਕਿਉਂਕਿ ਸਾਡੀਆਂ ਸਟੇਜਾਂ ਇੰਨੀਆਂ ਸੰਭਲੀਆਂ ਨਹੀਂ, ਸਿਵਾਏ ਪਾਉਂਟਾ ਸਾਹਿਬ ਦੇ ਮੈਂ ਦੇਖਿਆ ਨਹੀਂ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਘੁੰਮ ਕੇ ਵਿਚਰ ਕੇ ਸਿੱਖ ਕਵੀਆਂ ਨੂੰ ਉਹ ਪਲੇਟਫਾਰਮ ਮਿਲਦਾ। ਇਹ ਮੈਂ PTC ਸਿਮਰਨ ਦਾ ਇੱਥੇ ਧੰਨਵਾਦ ਕਰਨਾ ਚਾਹੂੰਗਾ ਪਾਉਂਟਾ ਸਾਹਿਬ ਕਮੇਟੀ ਵੱਲੋਂ ਵੀ। 27 ਸਾਲਾਂ ਤੋਂ ਜਿੱਦਾਂ ਪੂਰਨਮਾਸ਼ੀ ਵਾਲੇ ਦਿਨ ਉੱਥੇ ਕਵੀ ਦਰਬਾਰ ਲਾਇਆ ਜਾਂਦਾ ਸੀ, ਬਿਕੋਜ਼ ਦਿਨਾਂ ਦੇ ਹਿਸਾਬ ਜਿਹੜੇ ਆ ਪੁਰਾਣੇ ਸਮੇਂ 'ਚ ਇੱਦਾਂ ਹੀ ਮਨਾਏ ਜਾਂਦੇ ਸੀ। ਅੱਜ ਤੱਕ 27 ਸਾਲਾਂ ਤੋਂ ਲਗਾਤਾਰ ਇੱਕ ਵੀ ਪ੍ਰੋਗਰਾਮ ਉੱਥੇ ਮਿਸ ਨਹੀਂ ਹੈ ਜੀ ਕਵੀ ਦਰਬਾਰ। ਕਿਆ ਬਾਤ ਹੈ, ਬਹੁਤ ਖੂਬ। PTC ਸਿਮਰਨ ਉਸ ਨੂੰ 2 ਸਾਲਾਂ ਤੋਂ ਜਿਹੜਾ ਹੈ ਕਵਰ ਕਰ ਰਿਹਾ ਹੈ ਨਾ। ਇਹ ਬੜਾ ਮਤਲਬ ਧੰਨਵਾਦ ਹੈ ਤੁਹਾਡਾ PTC ਸਿਮਰਨ ਦਾ, ਤੇ ਮੈਨੂੰ ਇਹ ਗੱਲ ਬੋਲਣ ਦਾ ਇੱਥੇ ਮੌਕਾ ਮਿਲ ਰਿਹਾ, ਮੈਂ ਵੀ ਫਖਰ ਮਹਿਸੂਸ ਕਰ ਰਿਹਾ ਕਿਉਂਕਿ ਮੈਂ ਉੱਥੇ ਦਾ ਹਿੱਸਾ ਹਾਂ। ਬਿਲਕੁਲ ਜੱਗੀ ਸਾਹਿਬ, ਮੈਂ ਤੁਹਾਡੇ ਵੱਲ ਵੀ ਆਵਾਂਗਾ। ਤੁਸੀਂ ਲੰਬੇ ਸਮੇਂ ਤੋਂ ਕਵੀ ਜਨਾਂ ਦੇ ਵਿੱਚ ਵਿਚਰ ਰਹੇ ਹੋ। ਅਕਸਰ ਵੇਖਿਆ ਜਾਂਦਾ ਹੈ, ਜਿਵੇਂ ਹਰਪ੍ਰੀਤ ਸਿੰਘ ਨੇ ਗੱਲ ਆਖੀ ਸੀਗੀ ਵੀ ਸਮਾਜ ਨੂੰ ਇੱਕ ਚਾਨਣਾ ਦਿਖਾ ਦਿੰਦੇ ਨੇ, ਸਮਾਜ ਨੂੰ ਇੱਕ ਆਇਨਾ ਦਿਖਾ ਦਿੰਦੇ ਨੇ ਕਵੀ, ਬਹੁਤੇ ਸ਼ਬਦਾਂ ਨੂੰ ਥੋੜੇ ਸ਼ਬਦਾਂ ਵਿੱਚ ਕਹਿ ਕੇ, ਤੇ ਉਹ ਵੀ ਕਾਵਿ ਰੂਪ ਦੇ ਵਿੱਚ ਕਹਿ ਕੇ। ਤੁਸੀਂ ਵੀ ਵੱਖ-ਵੱਖ ਸਟੇਜਾਂ ਤੇ ਜਾਂਦੇ ਹੋ, ਇੱਕ ਨਹੀਂ ਅਨੇਕਾਂ ਕਿਤਾਬਾਂ ਤੁਸੀਂ ਲਿਖੀਆਂ ਨੇ। ਅੱਜ ਕਿੱਥੇ ਖੜਿਆ ਵੇਖਦੇ ਹੋ ਸਾਡੇ ਸਿੱਖ ਕਵੀਆਂ ਨੂੰ? ਸਿੱਖ ਕਵੀਆਂ ਨੂੰ ਅੱਛੀ ਪੋਜੀਸ਼ਨ ਵਿੱਚ ਮੈਂ ਤਾਂ ਦੇਖਦਾ ਕਿ ਜਿੱਥੋਂ ਤੱਕ ਕਿਸੇ ਦੀ ਵਾਹ ਲੱਗਦੀ ਹੈ ਕਿ ਉਹ ਉਸ ਨੂੰ ਗੁਰੂ ਮਹਾਰਾਜ ਦੀ ਮਹਿਮਾ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਗੁਰਬਾਣੀ ਦੀ ਵਿਆਖਿਆ ਆਮ ਤੌਰ ਤੇ ਤਾਂ ਕੋਈ ਟਾਵੇਂ ਉਹ ਵੀ ਕਰਦੇ ਨੇ, ਪਰ ਜਿਹੜਾ ਇਤਿਹਾਸ ਦੀ ਵਿਆਖਿਆ ਹੈ ਜੀ, ਉਹ ਸਾਡੇ ਸਿੱਖ ਕਵੀ ਜਿਹੜੇ ਨੇ ਉਹ ਕਰਦੇ ਰਹਿੰਦੇ ਨੇ। ਤੇ ਜਿਵੇਂ ਸੁਰਜੀਤ ਪਾਤਰ ਹੈ, ਹਰੀ ਸਿੰਘ ਜਾਚਕ ਹੈ, ਲਖਵਿੰਦਰ ਜੋਲ ਹੈ, ਇਹਨਾਂ ਵਿੱਚ ਅਸੀਂ ਬੈਠਦੇ ਉੱਠਦੇ ਹਾਂ। ਅੱਜ ਦੇ ਟਾਈਮ ਵਿੱਚ, ਅੱਜ ਦੇ ਹੁਣ ਮੌਜੂਦਾ ਟਾਈਮ ਦੀ ਗੱਲ, ਵੈਸੇ ਤਾਂ ਆਧੁਨਿਕ ਕਵੀ ਜੋ ਹੈ ਭਾਈ ਵੀਰ ਸਿੰਘ ਨੂੰ ਵੀ ਆਧੁਨਿਕ ਕਵੀ ਗਿਣੀ ਜਾਂਦੇ ਆ ਤੇ ਗਿਣਦੇ ਹਾਂ। ਉਹ ਬਹੁਤ ਸੰਤ ਕਵੀ ਹੋਏ ਨੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾਂ ਦੀ ਨੀਂਦਰ ਉਹ ਦਿਨੇ ਰਾਤ ਪਏ ਰਹਿੰਦੇ। ਕਿਆ ਬਾਤ ਹੈ। ਗੁਲਾਬ ਦੇ ਫੁੱਲ ਦੀ ਕਵਿਤਾ ਉਹਨਾਂ ਦੀ ਹੈ। ਔਰ ਹਰ ਤਰ੍ਹਾਂ ਦੀ ਉਹ ਜਿਹੜੀ ਸਮਾਜਿਕ ਵੀ ਕਵਿਤਾ ਲਿਖਦੇ ਨੇ। ਤੇ ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਕ ਮਹਿਕ ਦੀ ਲਾਈ, ਇੱਕ ਫੁੱਲ ਇੱਕ ਗਾਹਕ ਜੇ ਲੰਘੇ, ਇੱਕ ਜੇ ਤੂੰ ਤੋੜ ਕੇ ਲੈ ਗਿਆ, ਇੱਕ ਜੋਗਾ ਰਹਿ ਜਾ ਸਾਂ, ਉਹ ਵੀ ਪਲਕ ਝਲਕਦਾ ਮੇਲਾ, ਰੂਪ ਮਹਿਕ ਨਸ ਜਾਈ। ਤਾਂ ਉਹ ਇੱਕ ਸੰਵੇਦਨਸ਼ੀਲ ਕਵੀ ਨੇ, ਸੰਤ ਕਵੀ ਨੇ। ਤੇ ਮੇਰੇ ਸਾਈਆਂ ਜੀ, ਉਹ ਕਿਤਨੀ ਸੁੰਦਰ ਉਹਨਾਂ ਦੀ ਰਚਨਾ ਹੈ। ਬਿਲਕੁਲ ਤੁਹਾਡੀ ਗੱਲ ਸੀ ਜੱਗੀ ਸਾਹਿਬ, ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਉਹ ਵੀ ਸਮਾਂ ਸੀ, ਉਹ ਵੀ ਦੌਰ ਸੀ ਜਦੋਂ ਇਸ ਸਮਾਜ ਦੇ ਵਿੱਚ ਕਵੀਆਂ ਨੇ ਸਾਡੇ ਸਿੱਖ ਇਤਿਹਾਸ ਨੂੰ ਬਚਾਇਆ। ਮੈਂ ਬਚਾਉਣ ਸ਼ਬਦ ਆ ਕਹਿ ਰਿਹਾ ਕਿਉਂਕਿ ਸਾਡੀ ਸਟੇਜਾਂ ਤੋਂ ਪ੍ਰਚਾਰ ਤੇ ਪ੍ਰਸਾਰ ਕਈ ਥਾਵਾਂ ਤੋਂ ਅਲੋਪ ਹੋ ਚੁੱਕਾ ਸੀ, ਪਰੰਤੂ ਸੰਗਤ ਦੇ ਵਿੱਚ ਇੱਕ ਇਹੋ ਜਿਹਾ ਰੁਝਾਨ ਬਣਿਆ ਕਿ ਕਵਿਤਾਵਾਂ ਸੁਣਨੀਆਂ ਨੇ, ਕਵੀਆਂ ਨੂੰ ਉਜਾਗਰ ਕੀਤਾ ਜਾਵੇ, ਕਵੀਆਂ ਨੂੰ ਬੁਲਾਇਆ ਜਾਵੇ। ਪਾਉਂਟਾ ਸਾਹਿਬ ਸਟੇਜ ਹੈਗੀ ਹੈ, ਇੱਕ ਦੋ ਹੋਰ ਸਟੇਜਾਂ ਜਿੱਥੇ ਕਵੀਆਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ। ਹਰਪ੍ਰੀਤ ਸਿੰਘ, ਜੇਕਰ ਅਸੀਂ ਵਿਦੇਸ਼ਾਂ ਦੀ ਗੱਲ ਕਰੀਏ, ਥੋੜ੍ਹਾ ਜਿਹਾ ਪੰਜਾਬ ਤੋਂ ਬਾਹਰ ਦੇ ਇਲਾਕਿਆਂ ਦੀ ਵੀ ਗੱਲ ਕਰ ਲਈਏ, ਉੱਥੇ ਕਵੀਆਂ ਦਾ ਕੀ ਸਨਮਾਨ ਹੈ, ਕਵੀਆਂ ਦੀ ਕੀ ਰੂਪ ਰੇਖਾ ਹੈ? ਇਹਦਾ ਵੀਰ ਜੀ ਇੱਕ
96-97 ਦੇ ਵਿੱਚ ਸਰਵੇ ਹੋਇਆ ਸੀ ਅਮਰੀਕਾ ਦੇ ਵਿੱਚ ਜੀ। ਮੈਂ ਥੋੜਾ ਜਿਹਾ ਸਿੱਖੀਜ਼ਮ ਦੇ ਕਨਸੈਪਟ ਤੋਂ ਬਾਹਰ ਜਾ ਕੇ ਗੱਲ ਕਰ ਰਿਹਾ, ਕਵੀਆਂ ਦੇ ਬਾਰੇ ਗੱਲ ਕਰ ਰਿਹਾ। ਬੇਸਿਕਲੀ ਕਵਿਤਾ ਦੇ ਬਾਰੇ ਰੁਝਾਨ ਘਟਿਆ ਸੀ। ਫਿਰ ਉੱਥੇ ਸਰਵੇ ਦੁਬਾਰਾ ਕਰਾਏ ਗਏ, ਸਰਕਾਰਾਂ ਨੇ ਇੰਟਰਵੀਨ ਕੀਤਾ, ਬੋਧੀ ਜੀਵਿਕਾ ਨੇ ਇੰਟਰਵੀਨ ਕੀਤਾ ਤੇ ਉੱਥੇ ਕਮੇਟੀਆਂ ਬਣਾਈਆਂ ਗਈਆਂ ਜਿਨ੍ਹਾਂ ਨੇ ਪੋਇਟਰੀ ਐਸੋਸੀਏਸ਼ਨਸ ਬਣਾ ਕੇ ਬੱਚਿਆਂ ਦੇ ਵਿੱਚ ਜਾ ਕੇ ਇਸ ਚੀਜ਼ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਇਹ ਸਮਝਿਆ ਗਿਆ, ਸਰਵੇ ਦੇ ਵਿੱਚ ਇਹ ਪਾਇਆ ਗਿਆ ਕਿ ਜੋ ਕਵਿਤਾ ਪੜ੍ਹਦਾ ਹੈ ਜਾਂ ਜੋ ਬੱਚੇ ਜਿਹੜੇ ਨੇ ਜਾਂ ਜਿਹੜੇ ਵਿਦਿਆਰਥੀ ਜਿਹੜੇ ਨੇ ਕਵਿਤਾ ਦੇ ਨਾਲ ਜੁੜਦੇ ਨੇ ਉਹਨਾਂ ਦਾ ਬੌਧਿਕ ਲੈਵਲ ਜਿਹੜਾ ਹੈ ਵੱਧਦਾ ਹੈ। ਠੀਕ ਹੈ। ਜਿਹੜੇ ਸਾਡੇ ਪੁਰਾਣੇ ਵਾਰਤਕ ਵੀ ਸਨ ਜਾਂ ਜਿਹੜੇ ਸਾਡੇ ਪੁਰਾਣੀ ਲਿਖਤਾਂ ਸਨ, ਉਹ ਲਿਖਤਾਂ ਤੁਸੀਂ ਦੇਖੋਗੇ ਚਮਤਕਾਰ ਲਿਖਿਆ ਗਿਆ, ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਗਿਆ, ਉਹਨਾਂ ਦੇ ਅੱਖਰ ਤੁਸੀਂ ਦੇਖੋ ਗੁਰਬਿਲਾਸ ਪਾਤਸ਼ਾਹੀ 6ਵੀਂ ਲਿਖਿਆ ਗਿਆ, ਰਤਨ ਸਿੰਘ ਭੰਗੂ ਜੀ ਦਾ ਗ੍ਰੰਥ ਉਹ ਵੀ ਕਵਿਤਾ ਦੇ ਵਿੱਚ ਲਿਖਿਆ ਗਿਆ। ਤਾਂ ਸਾਡੀ ਜਿਹੜੀ ਏਸ਼ੀਅਨ ਪਰੰਪਰਾ ਜਿਹੜੀ ਸੀਗੀ ਏਸ਼ੀਆ ਦੀ, ਉਹ ਜ਼ਿਆਦਾਤਰ ਲਿਖਤਾਂ ਜਿਹੜੀਆਂ ਨੇ ਉਹ ਕਾਵਿ ਦੇ ਵਿੱਚ ਬਣਦੀਆਂ ਨੇ। ਹੁਣ ਆਉਂਦੀ ਹੈ ਇਹਦੀ ਐਕਸਪਲੇਨੇਸ਼ਨ ਦੀ ਗੱਲ ਜਾਂ ਵਿਦੇਸ਼ਾਂ ਦੇ ਵਿੱਚ ਸਤਿਕਾਰ ਹੋਣ ਦੀ ਗੱਲ। ਜੇਕਰ ਅਮਰੀਕਾ ਦੀ ਜੇਕਰ ਤੁਸੀਂ ਇਹ ਦੇਖੋ ਕਿ ਉੱਥੇ ਦੀ ਪਾਪੂਲੇਸ਼ਨ ਜਿੰਨੀ ਹੈ ਉਹਦੇ ਹਿਸਾਬ ਨਾਲ ਅਗਰ ਕਿਸੇ ਕਵੀ ਦੀ ਕਿਤਾਬ ਛਪਦੀ ਹੈ ਤੇ 500 ਤੋਂ 1000 ਕਾਪੀਆਂ ਉੱਥੇ ਛਾਪੀਆਂ ਜਾਂਦੀਆਂ। ਜੇਕਰ ਇੰਗਲੈਂਡ ਦੇ ਵਿੱਚ ਚਲੇ ਜਾਓ, ਅੱਜ 2000 ਤੋਂ 3000 ਦੇ ਉੱਤੇ ਉਹ ਕਾਪੀ ਆ ਚੁੱਕੀ ਹੈ। ਪਰ ਜੇ ਤੁਸੀਂ ਇੰਡੀਆ ਦੇ ਵਿੱਚ ਪਹੁੰਚਦੇ ਹੋ, ਉਹਦੀ ਕਾਪੀਆਂ ਜੇਕਰ 500 ਤੋਂ 1000 ਨੇ, ਇਹ ਸਮਝਣ ਦੀ ਜ਼ਰੂਰਤ ਹੈ ਕਿ ਇੱਥੇ ਭਾਸ਼ਾ ਬਹੁਤ ਜ਼ਿਆਦਾ ਹੈ, ਇੱਥੇ ਕਲਚਰ ਬਹੁਤ ਜ਼ਿਆਦਾ ਨੇ। ਤੇ ਜੇ ਤੁਸੀਂ ਪੰਜਾਬੀ ਭਾਸ਼ਾ ਦੀ ਹੁਣ ਗੱਲ ਕਰੋਗੇ, ਹੁਣ ਆਪਾਂ ਸਿੱਖੀਜ਼ਮ ਦੇ ਵਿੱਚ ਆਪਾਂ ਤਾਂ ਜਾ ਸਕਦੇ ਹਾਂ, ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਸਿੱਖ ਕਵੀ ਦੀ ਜਿਸ ਵੇਲੇ ਗੱਲ ਕਰਦੇ ਹਾਂ ਉਹ ਸਿਰਫ ਪੰਜਾਬੀ ਭਾਸ਼ੀ ਕਵੀ ਨਹੀਂ, ਉਹ ਉਰਦੂ ਦਾ ਕਵੀ ਵੀ ਹੋ ਸਕਦਾ ਹੈ ਜਿਹੜਾ ਸਿੱਖੀਜ਼ਮ ਦੀ ਗੱਲ ਕਰ ਰਿਹਾ, ਜਿਹੜਾ ਗੁਰੂ ਨਾਨਕ ਦੀ ਸਪਿਰਿਟ ਦੀ ਗੱਲ ਕਰ ਰਿਹਾ। ਬਿਲਕੁਲ ਜੀ। ਤੇ ਜਦੋਂ ਤੁਸੀਂ ਇਸ ਪਰਪੇਖ ਦੇ ਵਿੱਚ ਜਾ ਕੇ ਗੱਲ ਕਰੋਗੇ, ਐਕਚੁਅਲ ਦੇ ਵਿੱਚ ਸਾਡਾ ਜਿਹੜਾ ਸਤਿਕਾਰ ਹੈ ਉਹ ਬਹੁਤ ਜ਼ਿਆਦਾ ਹੈ, ਕਿਉਂਕਿ ਗੁਰੂ ਨਾਨਕ ਜਗਤ ਗੁਰੂ ਨੇ ਜੀ, ਜਾਹਰ ਪੀਰ ਜਗਤ ਗੁਰ ਬਾਬਾ, ਤੇ ਜਗਤ ਗੁਰ ਬਾਬੇ ਨੂੰ ਪਿਆਰ ਕਰਨ ਵਾਲੇ ਜਿਹੜੇ ਨੇ ਉਹ ਬਹੁਤ ਜ਼ਿਆਦੇ ਨੇ, ਬਹੁਤ ਹੀ ਜਿਹੜਾ ਹੈ। ਮੈਂ ਥੋੜਾ ਇੱਥੇ ਤੁਹਾਨੂੰ ਰੁਕਣਾ ਚਾਹਾਂਗਾ। ਤੁਸੀਂ ਇੱਥੇ ਕਿਤਾਬਾਂ ਦੀ ਗੱਲ ਕੀਤੀ ਹੈ, ਪ੍ਰਕਾਸ਼ਨਾਵਾਂ ਦੀ ਗੱਲ ਕੀਤੀ ਹੈ। ਜੱਗੀ ਸਾਹਿਬ, ਤੁਸੀਂ ਲੰਬੇ ਸਮੇਂ ਤੋਂ ਸਟੇਜਾਂ ਤੇ ਵਿਚਰ ਰਹੇ ਹੋ, ਅਕਸਰ ਇਹ ਵੀ ਵੇਖਿਆ ਜਾਂ ਲਿਖਦਾ ਕੋਈ ਹੈ, ਪੜ੍ਹਦਾ ਕੋਈ ਹੈ। ਕਈ ਵਾਰ ਕਵੀ ਇਹੋ ਜਿਹੇ ਵੀ ਨੇ ਜਿਹੜੇ ਦੂਜਿਆਂ ਦੀ ਲਿਖਤਾਂ ਪੜ੍ਹ ਕੇ ਸਟੇਜਾਂ ਤੋਂ ਸੁਣਾਉਂਦੇ ਨੇ। ਕੀ ਆਵਾਜ਼ ਹੈ? ਹਾਂ, ਇਹ ਵੀ ਵਰਤਾਰਾ ਵਰਤ ਹੁੰਦਾ ਹੈ, ਪਰ ਅਸੀਂ ਤਾਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਆਪ ਹੀ ਲਿਖੀਏ ਤੇ ਆਪ ਹੀ ਸੁਣਾਈਏ। ਜੇਕਰ ਸਿੱਖ ਇਤਿਹਾਸਕ ਸਰੋਤਾਂ ਦੇ ਹਵਾਲਿਆਂ ਨਾਲ ਵੇਖਿਆ ਜਾਵੇ, ਜਿਵੇਂ ਤੁਸੀਂ ਗੱਲ ਕੀਤੀ ਹੈ, ਗ੍ਰੰਥਾਂ ਦੀ ਗੱਲ ਕੀਤੀ ਸੀ, ਤੁਸੀਂ ਵੀ ਗੱਲ ਕੀਤੀ ਸੀਗੀ, ਗੁਰੂ ਇਤਿਹਾਸ ਦੇ ਵਿੱਚ ਮੌਜੂਦਾ ਸਮੇਂ ਸਾਡੇ ਕਿਤੇ ਨਾ ਕਿਤੇ ਸਿੱਖ ਕਵੀ, ਮਾਫ ਕਰਨਾ ਮੈਂ ਉਹਨਾਂ ਕਵੀਆਂ ਦੀ ਗੱਲ ਕਰ ਰਿਹਾ ਜਿਹੜਿਆਂ ਨੇ ਕਲਮ ਚਲਾਣੀ ਬੰਦ ਕਰ ਦਿੱਤੀ, ਦੂਜੇ ਲਿਖਤਾਂ ਪੜ੍ਹ ਕੇ ਸਟੇਜਾਂ ਤੋਂ ਸੁਣਾਉਂਦੇ ਨੇ, ਗੁਰੂ ਇਤਿਹਾਸ ਨੂੰ ਦਰਸਾਉਂਦੇ ਨੇ। ਕਿੰਨਾ ਚੰਗਾ ਹੋਵੇ ਜੇਕਰ ਆਪਣੀ ਲਿਖਤਾਂ ਸ਼ੁਰੂ ਕਰ ਦਿੱਤੀਆਂ ਜਾਣ। ਬਿਲਕੁਲ ਬਿਲਕੁਲ, ਬੜੀ ਚੰਗੀ ਗੱਲ ਹੋਵੇਗੀ ਜੇ ਆਪਣੀਆਂ ਆਪ ਲਿਖੋ, ਆਪ ਸੁਣਾਓ, ਤਾਂ ਕਵੀ ਤਾਂ ਉਹੀ ਕਿਹਾ ਜਾਏਗਾ ਨਾ। ਇਹਦੇ ਵਿੱਚ ਨਾ ਵੀਰ ਜੀ ਦੋ ਗੱਲਾਂ ਨੇ। ਜਿਹੜਾ ਸੁਣਾ ਰਿਹਾ ਉਹ ਕਵੀ ਦੀ ਬਜਾਏ ਆਪਣੇ ਆਪ ਨੂੰ ਆਪਣੀ ਆਵਾਜ਼ ਦੇਣ ਵਾਲਾ ਵੀ ਕਰ ਸਕਦਾ, ਪੇਸ਼ ਕਰ ਸਕਦਾ, ਕਿਉਂਕਿ ਕਵਿਤਾ ਸਿਰਫ ਲਿਖਤ ਨਹੀਂ ਹੈ। ਕਵਿਤਾ ਦੇ ਵਿੱਚ ਬਹੁਤ ਕੁਝ ਹੈ, ਉਹਦੇ ਵਿੱਚ ਛੰਦ ਵੀ ਨੇ, ਉਹਦੇ ਵਿੱਚ ਮਾਤਰਾਵਾਂ ਵੀ ਨੇ, ਉਹਦੇ ਵਿੱਚ ਲਗਾ ਵੀ ਬਹੁਤ ਕੁਝ ਹੈ। ਜਿਹੜਾ ਮੇਨ ਗੱਲ ਹੈ ਅੰਦਰ ਦੀ ਭਾਵਨਾ, ਆਪਣਾ ਪਿਆਰ ਗੁਰੂ ਪ੍ਰਤੀ ਪ੍ਰਗਟ ਕਰਨਾ। ਅਵਤਾਰ ਸਿੰਘ ਤਾਰੀ ਦੀ ਗੱਲ ਕਰਦਾ ਜੀ, ਉਹਨਾਂ ਨੇ ਚਰਨ ਸਿੰਘ ਸਫਰੀ ਜੀ ਦੀ ਇੱਕ ਕਵਿਤਾ, ਮੈਨੂੰ ਰਤਾ ਗਿਲਾ ਨਹੀਂ ਦਿਆ ਸਿੰਘਾ ਜੇ ਰਣਦਾ ਮੈਨੂੰ ਕੋਈ ਚੋਰ ਸਮਝੇ, ਜੋ ਉਹਨਾਂ ਨੇ ਗਾ ਦਿੱਤਾ, ਉਹ ਜੇ ਚਰਨ ਸਿੰਘ ਸਫਰੀ ਚਾਹੁੰਦੇ ਤਾਂ ਸ਼ਾਇਦ ਉਸ ਆਵਾਜ਼ ਦੇ ਵਿੱਚ ਨਾ ਗਾ ਪਾਉਂਦੇ। ਬੱਦਲਾਂ ਨੂੰ ਬਿਜਲੀ ਚਮਕੇ ਸੀ, ਬੱਦਲਾਂ ਨੂੰ ਬਿਜਲੀ ਚਮਕੇ ਕਿੱਦਾਂ, ਹੈ ਨਾ। ਤਾਂ ਇਹ ਜਿਹੜੀਆਂ ਚੀਜ਼ਾਂ ਨੇ, ਇਹ ਸਾਰੀਆਂ ਪਰਸਨ ਟੂ ਪਰਸਨ ਉਸ ਚੀਜ਼ ਨੂੰ ਵਿਸ਼ਾਲਤਾ ਦੇ ਵਿੱਚ ਟਰੈਵਲ ਕਰਦੀਆਂ ਨੇ, ਔਰ ਇਹਨੂੰ ਖੁੱਲਾ ਰਹਿਣ ਦੇਣਾ ਚਾਹੀਦਾ। ਲੇਕਿਨ ਜਿਹੜਾ ਵੀ ਸਾਹਿਤਕ ਪੱਖ ਦਾ ਇਨਸਾਨ ਆ, ਉਹਨੂੰ ਆਪਣੇ ਅੰਦਰ ਦਾ ਸੱਚ ਪਤਾ ਹੋਣਾ ਚਾਹੀਦਾ, ਔਰ ਉਹਨੂੰ ਸਟੇਜ ਤੋਂ ਇਹ ਮੰਨਣਾ ਚਾਹੀਦਾ ਵੀ ਮੈਂ ਚਰਨ ਸਿੰਘ ਸਫਰੀ ਜੀ ਦੀ ਕਵਿਤਾ ਗਾ ਰਿਹਾ, ਇਹਦੇ ਵਿੱਚ ਕੋਈ ਗੁਨਾਹ ਨਹੀਂ ਹੈ। ਬਿਲਕੁਲ, ਇਹਦੇ ਵਿੱਚ ਕੋਈ ਗੁਨਾਹ ਨਹੀਂ ਹੈ। ਇੰਨੀ ਗੱਲ ਅਗਰ ਅਸੀਂ ਮੰਨ ਲੈਂਦੇ ਹਾਂ, ਕੋਈ ਗੁਨਾਹ ਨਹੀਂ ਹੈ ਜੀ। ਹਰੇਕ ਨੂੰ ਦੂਸਰੇ ਦੀ ਕਵਿਤਾ ਲੈਣ ਦਾ ਹੱਕ ਆ, ਉਹਦਾ ਕੀਤਾ ਹੋਇਆ ਮਿਹਨਤਾਨਾ ਦੇਣ ਦਾ ਹੱਕ ਆ। ਸਾਹਿਤਕ ਪੱਖ ਤਾਂ ਹੀ ਸਾਡਾ ਵਿਸ਼ਾਲ ਹੁੰਦਾ। ਇਹ ਵੀ ਕਿਹਾ ਜਾਂਦਾ ਹੈ ਕਿ ਸਾਡੀ ਨੌਜਵਾਨ ਪਨੀਰੀ ਅੱਜ ਮੋਸਟਲੀ ਸਾਡੇ ਧਾਰਮਿਕ ਜਿੰਨੇ ਸੋਰਸਸ ਨੇ ਜਾਂ ਪਵਿੱਤਰ ਗ੍ਰੰਥ ਨੇ ਬਹੁਤ ਦੂਰ ਜਾ ਚੁੱਕੀ ਹੈ। ਅੱਜ ਦਾ ਨੌਜਵਾਨ ਚਾਹੁੰਦਾ ਮੈਂ ਆਪਣੇ ਘਰ ਬਾਰੇ ਜਾਣਨਾ, ਆਪਣੀ ਵਿਰਾਸਤ ਬਾਰੇ ਜਾਣਨਾ ਚਾਹਾਂਗਾ। ਸੰਗਤ 'ਚ ਬੈਠਣ ਦਾ ਸਮਾਂ ਨਹੀਂ, ਸੇਵਾ ਤਾਂ ਕਰ ਲੂ ਗੁਰੂ ਘਰ, ਪਰ ਗੁਰੂ ਗ੍ਰੰਥ ਸਾਹਿਬ ਦੀ ਝੋਲੀ ਬੈਠਣ ਦਾ ਉਸ ਕੋਲ ਸਮਾਂ ਨਹੀਂ, ਨਾ ਉਹਦਾ ਜੀ ਲੱਗਦਾ। ਮੋਸਟਲੀ ਜੋ ਅੱਜ ਨੌਜਵਾਨਾਂ ਦੇ ਹਾਲਾਤ ਬਣ ਚੁੱਕੇ ਨੇ, ਜਿੰਨੀ ਮਰਜ਼ੀ ਸੇਵਾ ਕਰਾ ਲਓ, ਸਮਾਂ ਨਹੀਂ ਦੇਖੇਗਾ, ਸੇਵਾ ਕਰਦਾ ਰਹੇਗਾ। ਪਰ ਜਦੋਂ ਸਿਧਾਂਤਕ ਤੌਰ 'ਤੇ ਗੁਰਬਾਣੀ ਸਿਧਾਂਤਾਂ ਦੀ ਪਕੜ ਦੀ ਗੱਲ ਆਉਂਦੀ ਹੈ, ਉਹ ਕੋਹਾਂ ਦੂਰ ਜਾ ਚੁੱਕਾ ਹੈ। ਸਾਡੇ ਕੋਲ ਕੁਝ ਪੱਖ ਨੇ, ਗੁਰੂ ਇਤਿਹਾਸ ਨੂੰ ਸੰਗਤ ਤੱਕ ਦੱਸ ਸਕੀਏ, ਨੌਜਵਾਨਾਂ ਤੱਕ ਦੱਸ ਸਕੀਏ। ਕਥਾ ਹੋ ਗਈ, ਕੀਰਤਨ ਭਗਤੀ ਹੋ ਗਈ, ਗੁਰੂ ਇਤਿਹਾਸ ਦੀ ਗੱਲ ਹੋ ਗਈ, ਢਾਡੀ ਵਾਰਾਂ ਹੋ ਗਈਆਂ, ਕਵਿਸ਼ਰੀ ਕਲਾ ਹੋ ਗਈ, ਇੱਕ ਹੋ ਗਈ ਕਵੀਆਂ ਦੀ ਕਲਾ। ਅੱਜ ਕਵੀਆਂ ਦੀ ਕਲਾ ਨੂੰ ਕਿਸ ਤਰ੍ਹਾਂ ਉਜਾਗਰ ਕੀਤਾ ਜਾਵੇ ਕਿ ਨੌਜਵਾਨ ਖਿੱਚ ਆਵੇ ਕਵੀਆਂ ਦੇ ਵੱਲ? ਵੀਰ ਜੀ, ਜਿਹੜੀ ਅਸੀਂ ਧਰਮ ਗ੍ਰੰਥਾਂ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ,
ਇਹ ਐਕਸਪਲੇਨੇਸ਼ਨ ਜਦੋਂ ਤੱਕ ਅਸੀਂ ਨਹੀਂ ਕਰ ਪਾਵਾਂਗੇ ਨਾ, ਕਿਉਂਕਿ ਸਾਡੇ ਕੋਲ ਆਪਣੇ ਵਾਸਤੇ ਹੀ ਵਿਵਾਦ ਬਹੁਤ ਨੇ। ਅਸੀਂ ਉਹ ਲੋਕ ਆ ਜਿਹੜੇ ਆਪਣੇ ਉੱਤੇ ਕੁਐਸਚਨ ਕਰਦੇ ਆ। ਪਰ ਉਹ ਵੀ ਤਾਂ ਸਮਾਂ ਸੀ ਜਦੋਂ ਗੁਰੂ ਪਾਤਸ਼ਾਹ ਕਵੀ ਦਰਬਾਰ ਕਰਵਾਉਂਦੇ ਸਨ ਤੇ ਗੁਰੂ ਇਤਿਹਾਸ ਉਜਾਗਰ ਹੁੰਦਾ ਸੀ। ਉਹ ਇਸ ਲਈ ਕਿਉਂਕਿ ਸਾਡੇ ਕੋਲ ਆਪਣੇ ਉੱਤੇ ਅਸੀਂ ਕੁਐਸਚਨ ਨਹੀਂ ਕਰਦੇ ਸੀ, ਅਸੀਂ ਫੋਲੋ ਵੀ ਕਰਦੇ ਸੀ ਕਿਸੇ ਨੂੰ। ਜਿਸ ਵੇਲੇ ਸਾਡੇ ਕੋਲ ਇਹ ਪਤਾ ਹੋਏਗਾ, ਸਾਡੀ ਸਟੇਜਾਂ, ਹੁਣ ਮੈਂ ਕਥਾ ਕਰਦਾ ਰਿਹਾ ਵੀਰ ਜੀ, ਮੈਂ ਥਾਂ ਤੇ ਜਾ ਕੇ ਜਦੋਂ ਬੋਲਣਾ ਜਾਂ ਲੈਕਚਰ ਕਰਨਾ, ਬੱਚਿਆਂ ਦੇ ਇਹ ਸਵਾਲ ਹੁੰਦੇ ਸੀ, ਲੇਕਿਨ ਬੱਚਿਆਂ ਨੂੰ ਜਦੋਂ ਇਹ ਦੱਸਿਆ ਜਾਂਦਾ ਸੀ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਹੈ ਉਹ ਕਵੀ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਜੀ, ਲੇਕਿਨ ਉਹਨਾਂ ਦੀ ਇਹ ਡਿਕਲੇਰੇਸ਼ਨ ਹੈ ਕਿ ਇਹ ਮੇਰਾ ਗ੍ਰੰਥ ਲਿਖਿਆ ਹੋਇਆ ਨਾ। ਉਹ ਜਿਹੜਾ ਗ੍ਰੰਥ ਬਣਦਾ ਹੈ ਉਹ ਧਰਮ ਗ੍ਰੰਥ ਨਹੀਂ ਬਣਦਾ, ਉਹ ਐਕਚੁਅਲੀ ਇੱਕ ਗ੍ਰੰਥ ਬਣਦਾ, ਬਿਲਕੁਲ ਇੱਕ ਗ੍ਰੰਥ ਬਣਦਾ ਜੀ। ਜਦੋਂ ਅਸੀਂ ਕਨਫਿਊਜ਼ ਕਰ ਦਿੰਦੇ ਆ ਉਹਨੂੰ ਵੀ ਉਹ ਬਾਣੀ ਆ, ਬਾਣੀ ਨਹੀਂ ਹੈ, ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ। ਰੈਵੋਲੂਸ਼ਨ ਜਿਹੜੀ ਹੈ ਉਹੀ ਹੈ। ਧਰਮ ਗ੍ਰੰਥ ਤੇ ਗ੍ਰੰਥ ਦੇ ਵਿੱਚ ਜਦੋਂ ਡਿਫਰੈਂਸਿਸ ਕ੍ਰੀਏਟ ਹੋ ਜਾਂਦੇ ਆ, ਬੱਚੇ ਤਾਂ ਦੂਰ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਨੇੜੇ ਜਾਣ ਤੋਂ ਬਾਅਦ ਗੁੱਸਾ ਮਿਲਦਾ ਹੈ, ਸਾਡਾ ਹੰਡਾਉਣ ਦਾ ਤਰੀਕਾ ਨਹੀਂ ਮਿਲਦਾ, ਉਹਨਾਂ ਨੂੰ ਅਰਦਾਸ ਦੀ ਇਹ ਜੁਗਤੀ ਨਹੀਂ ਸਿਖਾਈ ਜਾਂਦੀ ਕਿ ਦੇਖ ਕੇ ਅੰਡਿਟ ਕਿੱਦਾਂ ਕੀਤਾ ਜਾਂਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਇੱਥੇ ਹਰਪ੍ਰੀਤ ਸਿੰਘ ਜੀ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇਹਨਾਂ ਨੇ ਬੜਾ ਸੋਹਣਾ ਇੱਕ ਅਹਿਮ ਮੁੱਦਾ ਵਿੱਚ ਚੱਕਿਆ ਸੀ, ਧਰਮ ਗ੍ਰੰਥ ਤੇ ਗ੍ਰੰਥ। ਥੋੜ੍ਹਾ ਜਿਹਾ ਇੱਥੇ ਮੈਂ ਆਪਣੀ ਸੰਗਤ ਨੂੰ ਡਿਫਾਈਨ ਕਰ ਜਾਵਾਂ। ਹਰ ਕੌਮ ਦੇ ਧਰਮ ਗ੍ਰੰਥ ਹੁੰਦੇ ਨੇ ਤੇ ਹਰ ਕੌਮ ਦੇ ਵਿੱਚ ਗ੍ਰੰਥ ਵੀ ਹੁੰਦੇ ਨੇ। ਧਰਮ ਗ੍ਰੰਥ ਪੈਗੰਬਰਾਂ ਵੱਲੋਂ ਉਜਾਗਰ ਕੀਤੇ ਜਾਂਦੇ ਨੇ, ਲਿਖੇ ਜਾਂਦੇ ਨੇ, ਪਰੰਤੂ ਗ੍ਰੰਥ ਤੁਸੀਂ ਵੀ ਲਿਖ ਸਕਦੇ ਹੋ, ਗ੍ਰੰਥ ਸਾਡੇ ਮਹਿਮਾਨ ਵੀ ਲਿਖ ਸਕਦੇ ਨੇ, ਗ੍ਰੰਥ ਅਸੀਂ ਵੀ ਲਿਖ ਸਕਦੇ ਹਾਂ। ਗ੍ਰੰਥ ਵਿੱਚ ਵਧਾਇਆ ਵੀ ਜਾ ਸਕਦਾ ਹੈ, ਘਟਾਇਆ ਵੀ ਜਾ ਸਕਦਾ ਹੈ, ਪਰੰਤੂ ਧਰਮ ਗ੍ਰੰਥ ਵਿੱਚੋਂ ਨਾ ਤੁਸੀਂ ਕੁਝ ਐਡ ਕਰ ਸਕਦੇ ਹੋ ਤੇ ਨਾ ਅਸੀਂ ਕੁਝ ਮਾਈਨਸ ਕਰ ਸਕਦੇ ਹਾਂ। ਜੱਗੀ ਸਾਹਿਬ, ਮੈਂ ਤੁਹਾਡੇ ਵੱਲ ਆਵਾਂਗਾ। ਤੁਸੀਂ ਲੰਬੇ ਸਮੇਂ ਤੋਂ ਸਕੂਲਾਂ ਦੇ ਵਿੱਚ ਵਿਚਰ ਰਹੇ ਹੋ, ਕਾਲਜਾਂ ਦੇ ਵਿੱਚ ਵਿਚਰ ਰਹੇ ਹੋ। ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਕੋਈ ਕਵਿਤਾਵਾਂ ਗਾਉਂਦਾ ਹੈ, ਇੱਕ ਉਹਦੀ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈ, ਜਿਵੇਂ ਗੁਰੂ ਪਾਤਸ਼ਾਹ ਆਪਣੇ ਕਵੀ ਦਰਬਾਰ ਵਿੱਚ ਕਰਦੇ ਸਨ। ਅੱਜ ਮੌਜੂਦਾ ਪ੍ਰਬੰਧਕ ਕਮੇਟੀਆਂ ਸਿੱਖ ਕਵੀਆਂ ਦੀਆਂ ਹੌਸਲਾ ਅਫਜ਼ਾਈਆਂ ਦੇ ਵਿੱਚ ਕਿੰਨਾ ਕੁ ਵੇਸਲਾਪਨ ਦਿਖਾ ਰਹੀਆਂ ਨੇ? ਕਿਉਂਕਿ ਮੋਸਟਲੀ ਕਵੀ ਦਰਬਾਰ ਬੰਦ ਹੋ ਚੁੱਕੇ ਨੇ ਗੁਰੂ ਘਰਾਂ ਵਿੱਚੋਂ। ਟਾਵੇਂ-ਟਾਵੀਆਂ ਅਜਿਹੀਆਂ ਸਟੇਜਾਂ ਨੇ, ਟਾਵੇਂ-ਟਾਵੇਂ ਪ੍ਰਬੰਧਕ ਜਾਨੇ ਜਿਹੜੇ ਇਸ ਪਰੰਪਰਾ ਨੂੰ ਸੁਰਜੀਤ ਕਰ ਰਹੇ ਨੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕੁਝ ਪਟਿਆਲੇ ਦੇ ਵਿੱਚ ਮੈਂ ਦੇਖਿਆ ਹੈ, ਜਿਵੇਂ ਮਾਡਲ ਟਾਊਨ ਵਿੱਚ ਦਸ਼ਮੇਸ਼ ਅਕੈਡਮੀ ਆ, ਉੱਥੇ ਕਵਿਤਾ ਨੂੰ ਪ੍ਰੋਤਸਾਹਨ ਦਿੱਤਾ ਜਾਂਦਾ ਹੈ, ਬੱਚਿਆਂ ਨੂੰ ਦਿੱਤਾ ਜਾਂਦਾ। ਕਈ ਸਕੂਲਾਂ ਵਿੱਚ ਵੀ ਮੈਨੂੰ ਵੀ ਬੁਲਾਇਆ ਗਿਆ, ਜਿਵੇਂ ਮਹਿਮਾਨ ਦੇ ਤੌਰ ਤੇ ਬੁਲਾ ਲੈਂਦੇ ਨੇ। ਕਈ ਸਕੂਲਾਂ ਵਿੱਚ ਵੀ ਦੇਖਿਆ, ਗੁਰਦੁਆਰਿਆਂ 'ਚ ਦੇਖਿਆ, ਪਰ ਆਮ ਤੌਰ ਤੇ ਰੈਗੂਲਰ ਵੇ ਦੇ ਵਿੱਚ ਜਿਸ ਤਰ੍ਹਾਂ ਨਾ ਹੋਣਾ ਚਾਹੀਦਾ ਹੈ, ਉਹ ਕਵੀ ਮਿਸ ਨੇ। ਉਹ ਉੱਥੇ ਇੱਕ ਤਾਂ ਟਾਈਮ ਰੈਗੂਲਰ, ਇੱਕ ਸ਼ਡਿਊਲ ਪ੍ਰੋਪਰ ਹੋਵੇ ਕਿ ਫਲਾਣਾ ਮਹੀਨੇ ਵਿੱਚ ਇੰਨੇ ਦਿਨ ਜਾਂ ਹਰ ਐਤਵਾਰ ਨੂੰ ਜਾਂ ਹਫ਼ਤੇ ਵਿੱਚ ਫਲਾਣਾ ਦਿਨ ਇੰਨੇ ਤੋਂ ਇੰਨੇ ਵਜੇ ਤੱਕ ਕਵੀ ਦਰਬਾਰ ਹੋਏਗਾ। ਇਸ ਤਰ੍ਹਾਂ ਦਾ ਜਾਂ ਰੈਗੂਲਰ ਸ਼ਡਿਊਲ ਜੋ ਹੈ ਉਹ ਕਿਤੇ ਦੇਖਣ ਨੂੰ ਆਮ ਤੌਰ ਤੇ ਨਹੀਂ ਮਿਲਦਾ। ਇੰਜ ਨਹੀਂ ਲੱਗਦਾ ਇਹ ਜਿਹੇ ਹਾਲਾਤ ਵੇਖ ਕੇ ਕਿ ਸਾਡੀ ਸਿੱਖ ਕਵੀ ਪਰੰਪਰਾ ਅਲੋਪ ਹੁੰਦੀ ਜਾ ਰਹੀ ਹੈ ਗੁਰੂ ਘਰਾਂ ਦੇ ਵਿੱਚੋਂ? ਕਾਫੀ ਘਟੀ ਹੋਈ ਹੈ ਕਿ ਜਿਹੜੀ ਜਿੰਨੀ ਪ੍ਰਫੁੱਲਤ ਹੋਣੀ ਚਾਹੀਦੀ ਸੀ, ਇਹ ਹੋਰ ਕਾਫੀ ਸਕੋਪ ਹੈ ਇਸ ਨੂੰ ਪ੍ਰਫੁੱਲਤ ਕਰਨ ਦਾ। ਕਿ ਜੇ ਅਸੀਂ ਕੋਈ ਸ਼ਡਿਊਲ ਇੱਕ ਬਣਾਇਆ, ਜੇ ਸ਼ਡਿਊਲ ਬਣਿਆ ਹੋਵੇਗਾ ਨਾ, ਜੇ ਬੱਚਿਆਂ ਨੂੰ ਵੀ ਪਤਾ ਹੋਏਗਾ ਕਿ ਸਾਡੀ ਇੱਥੇ ਸਾਨੂੰ ਮੌਕਾ ਮਿਲੇਗਾ ਕਵਿਤਾ ਸੁਣਾਉਣ ਦਾ, ਆਪਣੀ ਕਵਿਤਾ ਸੁਣਾਉਣ ਦਾ, ਆਪਣੀ ਲਿਖਣ ਦਾ, ਸੁਣਾਉਣ ਦਾ ਮੌਕਾ ਮਿਲੇਗਾ, ਉਤਸ਼ਾਹ ਵੀ ਮਿਲੇਗਾ, ਤਾਂ ਉਹ ਤਿਆਰੀ ਕਰਕੇ ਆਉਣਗੇ ਵੀ ਤਾਂ ਉਸ ਪ੍ਰੋਗਰਾਮ ਵਿੱਚ। ਜਦ ਤੱਕ ਸਾਡੇ ਕੋਲ ਸ਼ਡਿਊਲ ਹੀ ਨਹੀਂ ਹੋਏਗਾ। ਸਿੱਖ ਜਗਤ ਦੇ ਵਿੱਚ ਕੁਝ ਪਰੰਪਰਾਵਾਂ ਨੇ ਜਿਹੜੀਆਂ ਸਿੱਖੀ ਉਜਾਗਰ ਨੂੰ, ਸਿੱਖ ਸਿਧਾਂਤਾਂ ਨੂੰ ਪ੍ਰਫੁੱਲਤ ਕਰਦੀਆਂ ਨੇ। ਢਾਡੀ ਪਰੰਪਰਾ ਹੋ ਗਈ, ਕਵੀਸ਼ਰ ਕਲਾ ਹੋ ਗਈ, ਪਰੰਤੂ ਜੇ ਸਿੱਖ ਕਵੀਆਂ ਦੀ ਗੱਲ ਕੀਤੀ ਜਾਵੇ, ਕਵੀ ਪਰੰਪਰਾ ਬਹੁਤ ਦੂਰ ਜਾ ਰਹੀ ਹੈ। ਮੈਂ ਭਾਈ ਸਾਹਿਬ ਜੀ ਥੋੜ੍ਹਾ ਜਿਹਾ ਇਸ ਤੋਂ ਇਤਫਾਕ ਘੱਟ ਰੱਖਦਾ। ਹਾਲਾਂਕਿ ਇਹ ਜ਼ਰੂਰ ਹੈ ਕਿ ਕਵੀ ਹੈ ਨੇ ਸਾਡੇ ਕੋਲ ਬਹੁਤ ਜ਼ਿਆਦਾ ਪ੍ਰਫੁੱਲਤ ਨਹੀਂ ਹੋ ਰਹੇ, ਪਰ ਉਹਦਾ ਕਾਰਨ ਇੱਕ ਹੋਰ ਵੀ ਹੈ ਕਿ ਸਿੱਖਾਂ ਦੇ ਵਿੱਚ ਪੜ੍ਹਨ ਦਾ ਜਿਹੜਾ ਜਜ਼ਬਾ ਹੈ ਨਾ, ਉਹ ਵੀ ਘੱਟ ਗਿਆ। ਬਿਲਕੁਲ। ਤੁਸੀਂ ਕਵਿਤਾ ਪੜ੍ਹ ਕੇ ਕਵਿਤਾ ਸਮਝਣ ਵਾਸਤੇ ਵੀ ਜਿਹੜਾ ਹੈ ਰੈਗੂਲਰ, ਜਦੋਂ ਤੁਸੀਂ ਰੈਗੂਲਰ ਕਵਿਤਾ ਕਰਨੀ ਹੈ, ਕਵਿਤਾ ਦੇ ਇੱਕ ਅੱਖਰ ਦੇ ਵਿੱਚ, ਹੁਣ ਜਿੱਦਾਂ ਮੇਰੀ ਇੱਕ ਕਵਿਤਾ ਹੈ, ਉਹ ਕਵਿਤਾ ਭਾਈ ਬਚਿੱਤਰ ਸਿੰਘ ਜੀ ਦੇ ਇਤਿਹਾਸ ਦੇ ਨਾਲ ਸੰਬੰਧਿਤ ਹੈ। ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੁੱਤਰ ਨੇ। ਗੁਰੂ ਸਾਹਿਬ ਨੇ ਬੁਲਾਇਆ ਉਹਨਾਂ ਨੂੰ ਤੇ ਉਹਨਾਂ ਨੂੰ ਕਿਹਾ ਵੀ ਹਾਥੀ ਦਾ ਤੁਸੀਂ ਜਿਹੜਾ ਹੈ ਉਹ ਤਵੀਆਂ ਦੇ ਵਿੱਚੋਂ ਮਾਰ ਕੇ ਤੇ ਹਾਥੀ ਨੂੰ ਸ਼ਿਕਾਰ ਕਰਨਾ, ਉਹਦਾ ਹਾਥੀ ਦਾ, ਮਸਤ ਹਾਥੀ ਨੂੰ ਸ਼ਰਾਬ ਪਿਆਈ ਹੋਈ ਹੈ। ਪਰ ਜਿਸ ਵੇਲੇ ਇਹ ਸਾਖੀ ਅਸੀਂ ਸਾਰੇ ਜਾਣਦੇ ਹਾਂ, ਭਾਈ ਬਚਿੱਤਰ ਸਿੰਘ ਨੇ ਕੀ ਕੀਤਾ ਉਹ ਵੀ ਅਸੀਂ ਜਾਣਦੇ ਹਾਂ, ਬਟ ਇੱਕ ਛੋਟਾ ਜਿਹਾ ਸੀਨ ਹੈ ਜਿਹਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਆਵਾਜ਼ ਮਾਰੀ ਹੈ, ਭਾਈ ਬਚਿੱਤਰ ਸਿੰਘ ਨੂੰ। ਤੇ ਉਹ ਜਿਹੜਾ ਸੀਨ ਹੈ, ਉਹ ਸੀਨ ਦੇ ਵਿੱਚ ਇੱਕ ਸਿੱਖ ਦਾ ਉਹ ਪਿਆਰ ਕਿ ਗੁਰੂ ਨੇ ਆਵਾਜ਼ ਮਾਰੀ ਮੈਨੂੰ, ਆ ਕਿੰਨੀ ਕਮਾਲ ਦੀ ਗੱਲ ਹੈ। ਮੈਂ ਚਾਹਾਂਗਾ 2 ਸ਼ਬਦਾਂ 'ਚ ਤੁਸੀਂ ਕਵਿਤਾਵਾ ਉਹ ਗਾ ਦਿਓ ਕਵਿਤਾ, ਕਿਉਂਕਿ ਸਾਡੇ ਕੋਲ ਸਮਾਂ ਬੜਾ ਸੀਮਤ ਹੈ। ਅਸੀਂ ਸੰਗਤ ਨੂੰ ਦੱਸ ਸਕੀਏ ਗੁਰੂ ਤੇ ਸਿੱਖ ਦਾ ਪਿਆਰ। ਮੈਂ ਉਹਦਾ ਕੰਟੈਕਸਟ ਮੇਨ ਲੈ ਲੈਣਾ। ਮੇਨ ਕੰਟੈਕਸਟ ਇਹ ਹੈ ਕਿ ਜਿਸ ਵੇਲੇ ਇਬਾਦਤ ਦੀ ਮੂਰਤ ਨੇ ਮੈਨੂੰ ਆਵਾਜ਼ ਮਾਰੀ। ਕੀ ਬਾਤ ਹੈ। ਜਿਸ ਵੇਲੇ ਇਬਾਦਤ ਦੀ ਮੂਰਤ ਨੇ ਇਸ਼ਕਿਆਨਾ ਹਾਲ ਵਿੱਚ ਮੈਨੂੰ ਆਵਾਜ਼ ਮਾਰੀ, ਮੈਂ ਕਿਹਾ ਸੱਚੇ ਪਾਤਸ਼ਾਹ ਯਾਦ ਕੀਤਾ ਸੀ ਪਿਆਰ ਵਿੱਚ, ਅੱਗੋਂ ਬੋਲ ਪਏ ਹਾਂ ਚੇਤੇ ਕੀਤਾ ਸੀ,
ਕਹਿਣ ਲੱਗੇ ਤੂੰ ਜ਼ਰਰੇ ਨੂੰ ਆਫਤਾਬ ਕੀਤਾ ਹੀ, ਹੁਣ ਦੱਸ ਕੀ ਚਾਹੁੰਦਾ ਆਪਣੇ ਆਫਤਾਬ। ਕੀ ਬਾਤ ਹੈ, ਬਹੁਤ ਖੂਬ। ਹੁਣ ਦੱਸ ਕੀ ਚਾਹੁੰਦਾ ਆਪਣੇ ਆਫਤਾਬ ਤੋਂ, ਬਸ ਕਵਿਤਾ ਹੈ। ਜੇ ਮੈਂ ਜ਼ਰਰਾ, ਮੈਨੂੰ ਗੁਰੂ ਨੇ ਯਾਦ ਕਰ ਲਿਆ, ਮੈਂ ਆਫਤਾਬ ਹੋ ਗਿਆ, ਮਤਲਬ ਮੈਂ ਸੂਰਜ ਦਾ ਪ੍ਰਕਾਸ਼ ਬਣ ਗਿਆ। ਇਹ ਜਿਹੜਾ ਪਿਆਰ ਹੈ, ਜਦ ਤੱਕ ਸਾਡੇ ਵਿੱਚ ਇਹ ਨਹੀਂ ਆਉਂਦਾ ਨਾ, ਕਵਿਤਾ ਨੂੰ ਸਮਝਣ ਦੀ ਪਰਪੱਕਤਾ ਨਹੀਂ ਆਉਂਦੀ। ਤੇ ਜਦੋਂ ਕਵਿਤਾ ਨੂੰ ਸਮਝਣ ਦੀ ਪਰਪੱਕਤਾ ਨਹੀਂ ਆਉਂਦੀ, ਫਿਰ ਅਸੀਂ ਕਮੈਂਟ ਕਰਦੇ ਹਾਂ ਵੀ ਹਾਂ ਕਵਿਤਾ ਜਿਹੜੀ ਹੈ। ਬਿਲਕੁਲ ਤੁਹਾਡੀ ਗੱਲ ਸਹੀ। ਸੱਚਮੁੱਚ ਤੁਸੀਂ ਬੜੇ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਕੁਝ ਇੱਕ ਪ੍ਰਸੰਗ ਗੁਰੂ ਤੇ ਸਿੱਖ ਦਾ ਸਿਰਜ ਕੇ ਰੱਖ ਦਿੱਤਾ। ਜੇ ਕਿਸੇ ਮੈਂ ਚਾਹਾਂਗਾ ਤੁਸੀਂ ਜਾਂਦੇ ਆਂਦੇ 2 ਸ਼ਬਦ ਕਾਵਿ ਰੂਪ ਦੇ ਵਿੱਚ ਗੁਰੂ ਪਿਆਰ ਵਿੱਚ ਕੀ ਕਹਿਣਾ ਚਾਹੋਗੇ? ਧੰਨ ਗੁਰੂ ਤੇਗ ਬਹਾਦਰ ਤੇਰੇ ਚਰਨਾਂ ਤੇ ਸਿਰ ਧਰਦੇ ਹਨ, ਲੋਕ ਸਾਰੀ ਧਰਤੀ ਦੇ ਸ਼ੁਕਰਾਨਾ ਤੇਰਾ ਕਰਦੇ ਹਨ। ਧੰਨ ਗੁਰੂ ਤੇਗ ਬਹਾਦਰ ਤੇਰੇ ਚਰਨਾਂ ਵਿੱਚ ਸਿਰ ਧਰਦੇ ਹਨ। ਬਾਬਾ ਬਕਾਲੇ ਆਖ ਗੁਰਾਂ ਨੇ ਗੁਰੂ ਨਾਨਕ ਦੇ ਤਖਤ ਬਿਠਾਇਆ ਸੀ, ਆਪ ਜੀ ਨੇ ਆਪਣਾ ਆਸਨ ਭੋਰੇ ਦੇ ਵਿੱਚ ਲਾਇਆ ਸੀ। ਨਾਨਕ ਨਾਮ ਲੇਵਾ ਜਗ ਸਾਰਾ ਦਰਸ਼ਨ ਲਈ ਤੇ ਆਇਆ ਸੀ, ਮੱਖਣ ਸ਼ਾਹ ਨੇ ਪ੍ਰਗਟ ਕਰਕੇ ਪਰ ਉਪਕਾਰ ਕਮਾਇਆ ਸੀ। ਕੀ ਬਾਤ, ਬਹੁਤ ਖੂਬ। ਜ਼ੁਲਮ ਦਾ ਜਦ ਝੱਖੜ ਝੁਲਿਆ ਤੂੰ ਯੋਂ ਰੋਕਾ ਲਾਇਆ ਸੀ, ਡਾਡਾ ਕਹਿਰ ਕਮਾਂਦੇ ਹਾਕਮ ਮਜ਼ਲੂਮ ਵਿਚਾਰੇ ਜਰਦੇ ਸਨ। ਧੰਨ ਗੁਰੂ ਤੇਗ ਬਹਾਦਰ ਤੇਰਾ ਸਾਰੇ ਸਿਰ ਧਰਦੇ ਹਨ, ਲੋਕ ਸਾਰੀ ਧਰਤੀ ਦੇ ਸ਼ੁਕਰਾਨਾ ਤੇਰਾ ਕਰਦੇ ਹਨ। ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇਹ ਕਵੀਆਂ ਦੇ ਆਪਣੇ ਦਿਲ ਦੇ ਬਲਬਲੇ ਨੇ, ਜਿਨ੍ਹਾਂ ਨੇ ਬਹੁਤ ਕੁਝ ਕਹਿਣਾ ਹੁੰਦਾ ਤੇ ਉਹ ਥੋੜੇ ਸ਼ਬਦ ਵਿੱਚ ਗੁਰੂ ਪਿਆਰ ਵਿੱਚ ਭਿੱਜ ਕੇ ਬਹੁਤ ਕੁਝ ਕਹਿ ਜਾਂਦੇ ਨੇ। ਸੱਚਮੁੱਚ ਆਓ ਅਸੀਂ ਗੁਰੂ ਪਾਤਸ਼ਾਹ ਵੱਲੋਂ ਸ਼ੁਰੂ ਕੀਤੀ ਇਸ ਕਾਵਿ ਰਚਨਾ ਨੂੰ, ਇਸ ਕਾਵਿ ਪਰੰਪਰਾ ਨੂੰ, ਕਵੀਆਂ ਨੂੰ ਮੁੜ ਸੁਜੀਤ ਕਰੀਏ, ਤਾਂ ਜੋ ਸਾਡੀ ਆਉਣ ਵਾਲੀ ਨੌਜਵਾਨ ਪਨੀਰੀ ਨੂੰ ਸਾਡੀ ਕਾਵਿ ਪਰੰਪਰਾ ਬਾਰੇ ਪਤਾ ਲੱਗ ਸਕੇ, ਉਹ ਇਤਿਹਾਸ ਪਤਾ ਲੱਗ ਸਕੇ ਜਿਹੜਾ ਗੁਰੂ ਪਾਤਸ਼ਾਹ ਪਾਉਂਟਾ ਸਾਹਿਬ ਦੀ ਧਰਤੀ ਤੇ ਨਦਰ ਕਰਦੇ ਸਨ, ਬਖਸ਼ੀਆਂ ਵੰਡਦੇ ਸਨ ਕਵੀਆਂ ਨੂੰ। ਦੁਆਰਾ ਉਹ ਕਵੀ ਮੁੜ ਸੁਜੀਤ ਹੋ ਜਾਣ ਅਤੇ ਗੁਰੂ ਇਤਿਹਾਸ ਨੂੰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਕਵੀਆਂ ਦੇ ਰਾਹੀਂ, ਕਵਿਤਾਵਾਂ ਦੇ ਰਾਹੀਂ ਉਜਾਗਰ ਕਰਕੇ ਸਾਡੇ ਪੰਥ ਨੂੰ, ਸਾਡੀ ਆਉਣ ਵਾਲੀ ਪਨੀਰੀ ਨੂੰ ਇੱਕ ਨਵਾਂ ਸੁਨੇਹਾ ਦੇਣ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।